ਅਨਕਾਏ ਰਾਤੜਿਆ ਬਾਟ ਦੁਹੇਲੀ ਰਾਮ। ਪਾਪ ਕਮਾਵੰਦਿਆਂ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇ ਆਵੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਸਨ ਵਿਹੂਨ ਭਯੰਗੰ ਮੰਤਰੰ ਗਾਰੜੀ ਨਿਵਾਰੰ। ਵਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣੈ। ਜਤ ਕਥ ਰਮਣੰ ਸਰਣੰ ਸਰਵਤਰ ਜੀਅਣੰ। ਤਥ ਲਗਿਅਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸਨੈ। ਚਰਨਾਰ ਬਿੰਦ ਮਨ ਵਿਦਿਅੰ ਸਿਧਿਅੰ ਸਰਬ ਕੁਸ਼ਲਣੈ। ਗਾਥਾ ਗਾਵੰਤ ਨਾਨਕ ਭਵਯੰ ਪਰਾ ਪੂਰਵਣੈ। ਸ਼ੁਭ ਵਚਨ ਰਮਣੰ ਗਮਣੰ ਸਾਧ ਸੰਗੇਣ ਉਦਰਣੈ। ਸੰਸਾਰ ਸਾਗਰੰ ਨਾਨਕ ਪੁਨਰਪੁ ਜਨਮ ਨਾ ਲਭਯਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਦੇ ਸਮੂਹ ਸੰਗਤ ਜਨੋ, ਸਾਧ ਜਨੋ ਔਰ ਬਾਕੀ ਵੀ ਸਾਰੀ ਸੰਗਤ, ਪ੍ਰਣਾਮ ਹੈ ਆਪ ਜੀ ਦੇ ਚਰਨਾਂ 'ਚ। ਗੁਰੂ ਮਹਾਰਾਜ ਪੰਚਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਅਗਲੇ ਸ਼ਲੋਕਾਂ ਦੇ ਵਿੱਚ, ਦਸਨ ਵਿਹੂਨ ਭਯੰਗਮ, ਦਸਨ ਦੰਦ। ਜਿਵੇਂ ਮੰਤਰੰ ਗਾਰੜੀ ਨਿਵਾਰਨ, ਜਿਹੜਾ ਗਾਰੜੀ ਹੁੰਦਾ ਸੱਪਾਂ ਨੂੰ ਫੜਨ ਵਾਲਾ, ਉਹ ਮੰਤਰ ਪੜ੍ਹ ਕੇ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਦਿੰਦਾ, ਯਾਨੀ ਉਹਦੇ ਦੰਦ ਕੱਢ ਦਿੰਦਾ ਹੈ। ਉਹ ਮੰਤਰ ਵੀ ਪੜ੍ਹਦਾ ਹੈ, ਕੋਈ ਦਵਾਈ ਵੀ ਉੱਪਰ ਲਾਉਂਦਾ ਦੰਦਾਂ ਦੇ, ਫਿਰ ਉਹ ਇੱਕ ਤਾਗਾ ਪਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਰੱਖ ਦਿੰਦਾ ਤਾਂ ਕਿ ਇਹ ਕੱਟਣ ਨਾ ਕਿਸੇ ਨੂੰ। ਵਿਆਦੰ ਪਾੜਨ ਸੰਤੰ, ਬਿਲਕੁਲ ਇਸੇ ਤਰ੍ਹਾਂ ਜਿਹੜੇ ਸੰਤ ਹੈ ਉਹ ਵਿਆਧੀਆਂ ਨੂੰ ਪਾੜ ਕੇ ਰੱਖ ਦਿੰਦੇ। ਆਦਿ ਵਿਆਧੀ ਉਪਾਧੀ ਤਿੰਨ ਕਿਸਮ ਦੇ ਰੋਗ ਹੁੰਦੇ, ਵਿਆਧੀਆਂ ਨੂੰ ਖਤਮ ਕਰ ਦਿੰਦੇ ਸਾਡੇ ਅੰਦਰੋਂ ਸੰਤ ਲੋਕ। ਜਿਵੇਂ ਗਾਰੜੀ ਮੰਤਰ ਪੜ੍ਹ ਕੇ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਦਿੰਦਾ। ਨਾਨਕ ਲਬਦ ਕਰਮਣੈ, ਪਰੰਤੂ ਇਹ ਜਿਹੜੇ ਸੰਤ ਹੈ ਇਹ ਲੱਭਦੇ ਬੜੇ ਕਰਮਾਂ ਨਾਲ ਹੈ। ਲੱਭਣ ਦਾ ਮਤਲਬ ਇਹ ਨਹੀਂ ਵੀ ਇਕੱਲਾ ਟੋਲ ਲਿਆ, ਟੋਲ ਤਾਂ ਬਹੁਤ ਨੇ, ਸਤਿਗੁਰੂ ਨੂੰ ਸਭ ਲੋਕ ਜਾਣਦੇ ਆ, ਮੱਥਾ ਵੀ ਟੇਕਦੇ ਆ, ਪਰ ਜਿਹੜੀ ਅਸਲੀ ਲੱਭਤ ਹੈ ਉਹ ਇਹ ਹੈ ਵੀ ਸਾਨੂੰ ਉਹਨਾਂ ਦਾ ਮਿਲਾਪ ਹੋ ਜਾਏ ਅੰਦਰੋਂ, ਉਹਨਾਂ ਦੇ ਨਾਲ ਸਾਡੀ ਭੇਂਟ ਹੋ ਜਾਏ। ਉਹ ਬੜੇ ਦੁਰਲੱਭ ਹੈ, ਕਰਮਾਂ ਦੇ ਨਾਲ ਮਿਲਦੀ ਹੈ, ਪੂਰਬਲਾ ਕਰਮ ਹੋਵੇ। ਜਥ ਕਥ ਰਮਣੰ ਸ਼ਰਣੰ ਸਰਵਤਰ ਜੀਅਣੰ, ਹਰ ਜਗ੍ਹਾ ਜਿੱਥੇ ਕਿੱਥੇ ਪਰਮਾਤਮਾ ਸਾਰਿਆਂ ਜੀਵਾਂ ਦੇ ਅੰਦਰ ਰਵਿਆ ਹੋਇਆ, ਉਸੇ ਦਾ ਕੀਰਤਨ ਕਰਨਾ ਚਾਹੀਦਾ ਭਾਈ। ਤਥ ਲਗਣੰ ਪ੍ਰੇਮ ਨਾਨਕ, ਗੁਰੂ ਮਹਾਰਾਜ ਫਰਮਾਉਂਦੇ ਸਾਨੂੰ ਵੀ ਉਸੇ ਦਾ ਪ੍ਰੇਮ ਲੱਗ ਗਿਆ, ਜਿਹੜਾ ਹਰ ਜਗ੍ਹਾ ਰਮਿਆ ਹੋਇਆ ਸਾਰੇ ਜੀਵਾਂ ਦੇ ਅੰਦਰ। ਪ੍ਰਸਾਦੰ ਗੁਰ ਦਰਸ਼ਨ, ਇਹ ਕਿਵੇਂ ਲੱਗਿਆ ਫਿਰ ਉਹਦਾ ਪ੍ਰੇਮ? ਗੁਰੂ ਦੇ ਦਰਸ਼ਨਾਂ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਪ੍ਰਸਾਦ ਦੇ ਨਾਲ। ਚਰਨਾਰ ਬਿੰਦ ਮਨ ਵਿਦਿਅੰ, ਹੁਣ ਗੁਰੂ ਦੇ ਚਰਨਾਂ ਦੇ ਨਾਲ, ਪਰਮਾਤਮਾ ਦੇ ਚਰਨਾਂ ਦੇ ਨਾਲ, ਚਰਨ ਕਮਲਾਂ ਦੇ ਨਾਲ ਮਨ ਬਿੰਨ ਹੋ ਗਿਆ, ਨਾਲ ਸੀਮਤਾ ਪਰੋਤਾ ਗਿਆ ਮਨ ਚਰਨਾਂ ਦੇ। ਸਿੱਧਿਅੰ ਸਰਬ ਕੁਸ਼ਲੰ,
सिद्धि प्राप्त हो गई है, सारे कुशल खेम सुख मिल गए, क्योंकि परमात्मा ਦਾ ਚਰਨ ਸਾਰੇ ਕੁਸ਼ਲਾਂ ਦਾ ਦਾਰੂ ਹੈ। परमात्मा ਦੇ ਜਿਹੜੇ ਚਰਨ ਹੈ, ਗੁਰੂ ਦੇ ਜਿਹੜੇ ਚਰਨ ਹੈ, ਉਹਦੇ ਵਿੱਚ ਸਾਰਾ ਕੁਛ ਹੀ ਜਿੰਨੇ ਵੀ ਸੁੱਖ ਹੈ ਦੁਨੀਆ ਦੇ ਔਰ ਆਨੰਦ ਹੈ ਜਿਹੜੇ ਉਹ ਵਿੱਚ ਉਹਦੇ ਸਮਾਏ ਹੋਏ ਹੁੰਦੇ। ਫਿਰ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਂਦੀ, ਭੁੱਖ ਨਹੀਂ ਰਹਿ ਜਾਂਦੀ, ਬਾਕੀ ਉਹ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਗਾਥਾ ਗਵੰਤ ਨਾਨਕ ਭਵਯੰ ਪਰਾ ਪੂਰਵਨ। ਇਹ ਗਾਥਾ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਆ ਵੀ ਅਸੀਂ ਉਹ ਗਾਥਾ ਗਾਉਂਦੇ ਹਾਂ ਜਿਹੜੀ ਭੱਬਿਆ। ਭੱਬਿਆ ਹੁੰਦਾ ਬਹੁਤ ਰੰਗਾ ਰੰਗ ਪ੍ਰੋਗਰਾਮ, ਜਿੱਥੇ ਇਹ ਹਿੰਦੀ ਦਾ ਸ਼ਬਦ ਹੈ, ਅਕਸਰ ਆਉਂਦਾ ਰੇਡੀਓ ਟੈਲੀਵਿਜ਼ਨਾਂ ਤੇ ਵੀ ਬੜਾ ਭੱਬਿਆ ਆਪਣਾ ਉਹਨਾਂ ਨੇ ਕਾਰਿਆਕ੍ਰਮ ਕੀਤਾ। ਭੱਬਿਆ ਭੱਬਿਅਮ ਪਰਾ ਪੂਰਵਨ। ਇਹ ਸੁੰਦਰ ਜਿਹੜਾ ਪ੍ਰਮਾਤਮਾ ਹੈ ਉਹ ਬਹੁਤ ਪੂਰਵਲੇ ਕਰਮਾਂ ਕਰਕੇ ਮਿਲਦਾ, ਜਿਹਨੂੰ ਅਸੀਂ ਗਾਉਂਦੇ ਹਾਂ। ਸ਼ੁਭ ਵਚਨ ਰਮਣੰ ਗਮਣੰ ਸਾਧ ਸੰਗੇਣ ਉਦਰਨ। ਜਿਹੜੇ ਸ਼ੁਭ ਵਚਨ ਹੈ ਰਮਣ ਕਰਦੇ ਆ, ਯਾਨੀ ਸਿਮਰਨ ਕਰਦੇ ਆ ਤੇ ਗਾਉਂਦੇ ਆ, ਉਹ ਸਾਧੂ ਦੀ ਸੰਗਤ ਵਿੱਚ ਮਿਲਦਾ ਹੈ ਤੇ ਉੱਥੋਂ ਹੀ ਆਧਾਰ ਹੁੰਦਾ। ਸ਼ੁਭ ਵਚਨ ਗਾਉਣੇ ਦੇ ਤੇ ਸਿਮਰਨ ਕਰਨੇ ਦੇ ਸਾਧੂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੇ। ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਆ ਤੇ। ਸੰਸਾਰ ਸਾਗਰ ਜਿਹੜਾ ਭਵਜਲ ਹੈ, ਗੁਰੂ ਪਾਤਸ਼ਾਹ ਫਰਮਾਉਂਦੇ ਆ ਵੀ ਫਿਰ ਇਹ ਮੁੜ ਕੇ ਜਨਮ ਨਹੀਂ ਇਹਦੇ ਚ ਹੁੰਦਾ, ਦੁਬਾਰਾ ਬੰਦਾ ਪੈਦਾ ਨਹੀਂ ਹੁੰਦਾ। ਇਨਕਾਰਨੇਸ਼ਨ ਔਰ ਜਿਹੜਾ ਦੂਜੀਆਂ ਜੂਨੀਆਂ ਵੀ ਜਾਣ ਦਾ ਪ੍ਰਯੋਜਨ ਹੈ ਉਹ ਖਤਮ ਹੋ ਜਾਂਦਾ। ਟਰਾਂਸਮਾਈਗ੍ਰੇਸ਼ਨ ਕਹਿੰਦੇ ਜਿਹਨੂੰ। ਪੁਨਰਪ ਜਨਮ ਨਹੀਂ ਹੁੰਦਾ, ਦੁਬਾਰਾ ਜਨਮ ਨਹੀਂ ਹੁੰਦਾ। ਇਹਦੀ ਵਿਆਖਿਆ ਕੱਲ ਪਰਸੋਂ ਤੋਂ ਹੋਈ ਹੈ, ਜਨਮਾਂ ਦੀ, ਜੂਨਾਂ ਦੀ। ਇੱਥੇ ਵੀ ਉਹ ਵਿਚਾਰ ਆ ਰਹੀ ਹੈ ਗੁਰਮਤਿ ਵਾਲੀ, ਵੀ ਦੁਬਾਰਾ ਜਨਮਾਂ ਚ ਨਹੀਂ ਆਉਂਦਾ, ਉਹ ਦੁਬਾਰਾ ਜੂਨਾਂ ਚ ਨਹੀਂ ਪੈਂਦਾ। ਉਹ ਵਿਆਖਿਆ ਨਹੀਂ ਠੀਕ ਲੱਗਦੀ, ਜਿਹੜੀ ਵੀ ਇਸੇ ਜਨਮ ਦੇ ਵਿੱਚ ਤਰ੍ਹਾਂ ਦੇ ਖਿਆਲ ਹੈ ਉਹਨਾਂ ਨੂੰ ਜੂਨਾ ਕਿਹਾ ਗਿਆ। ਇਹ ਐਵੇਂ ਇੱਕ ਖਿਆਲ ਹੈ, ਉਹੀ ਬੁੱਧੀ ਚੋਂ ਪੈਦਾ ਹੋਈ ਗੱਲ ਹੈ। ਤਾਂ ਸਾਧ ਸੰਗਤ ਜੀਓ, ਅੱਜ ਦੀ ਵਿਚਾਰਤਾ ਇੰਨੀਓ ਹੈ। ਬਾਕੀ ਕੋਈ ਦਿਨ ਵਿੱਚ ਹੋਰ ਵਿਚਾਰਾਂ, ਕੋਈ ਸੰਗਤ ਵਿੱਚੋਂ ਕੋਈ ਗੁਰਮੁਖ ਜਨ ਦਊਗਾ, ਉਹਦੇ ਉੱਤੇ ਫਿਰ ਵਿਚਾਰ ਕਰ ਲਾਂਗੇ। ਮੁੜ ਕੇ ਗੁਰੂ ਸਾਹਿਬ ਇਹੀ ਸਾਨੂੰ ਤਾਕੀਦ ਕਰਦੇ ਆ ਬਈ ਸੰਤ ਜੇ ਮਿਲ ਜੇ, ਕੋਈ ਗੁਰੂ ਮਿਲ ਜੇ, ਗੁਰਬਾਣੀ ਸਾਨੂੰ ਮਿਲ ਜੇ ਅੰਦਰੋਂ, ਫੇਰ ਸਾਡੇ ਜਿੰਨੇ ਵੀ ਅੰਦਰ ਆਦੀਆਂ ਵਿਆਦੀਆਂ ਉਪਾਧੀਆਂ ਇਹ ਸਾਰੀਆਂ ਦੂਰ ਹੋ ਸਕਦੀਆਂ। ਗੁਰੂ ਗਾਰੜੀ ਹੈ, ਜਿਵੇਂ ਗਾਰੜੀ ਸੱਪ ਨੂੰ ਬਸ ਚ ਕਰ ਲੈਂਦਾ ਹੈ, ਉਹਦੀ ਵਿਸ ਕੱਢ ਦਿੰਦਾ, ਦੰਦ ਕੱਢ ਦਿੰਦਾ, ਇਸੇ ਤਰ੍ਹਾਂ ਜਿਹੜਾ ਸਤਿਗੁਰੂ ਹੈ ਜਾਂ ਕੋਈ ਸੰਤ ਪੁਰਸ਼ ਹੈ, ਸਤਪੁਰਸ਼ ਹੈ, ਉਹ ਸਾਡੇ ਅੰਦਰੋਂ ਇਹ ਸਾਰੀਆਂ ਵਿਆਧੀਆਂ ਨੂੰ ਮੁਕਾ ਦਿੰਦਾ। ਜਿੰਨੇ ਵੀ ਸਾਡੇ ਅੰਦਰ ਪਾਪ ਹੈ, ਦੁੱਖ ਹੈ, ਕਲੇਸ਼ ਹੈ ਔਰ ਹੋਰ ਤਰ੍ਹਾਂ ਦੇ ਕਿਲਵਿਖ ਹੈ, ਸਾਰਿਆਂ ਨੂੰ ਬਾਹਰ ਕੱਢ ਦਿੰਦਾ। ਮੰਤਰ ਹੈ ਜਿਹੜਾ ਗੁਰੂ ਹੈ, ਗੁਰੂ ਦਾ ਸ਼ਬਦ ਹੀ ਮੰਤਰ ਹੈ। ਉਹ ਮੰਤਰ ਯਾਨੀ ਗੁਰਬਾਣੀ, ਉਹਦੇ ਨਾਲ ਸਾਡੇ ਸਾਰੇ ਜਿੰਨੇ ਵੀ ਅੰਦਰ ਦੇ ਕਲੇਸ਼ ਹੈ, ਦੁੱਖ ਹੈ, ਕਿਲਵਿਖ ਹੈ, ਉਹ ਸਾਰੇ ਨਾਸ਼ ਹੋ ਜਾਂਦੇ। ਬਸ ਗੁਰੂ ਦੇ ਚਰਨਾਂ ਦੀ ਪ੍ਰੀਤ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਹੋਰ ਕਰਮ ਵਿਸ਼ੇਸ਼ ਕਰਨੇ ਦੀ ਜਾਂ ਕਿਸੇ ਹੋਰ ਕੱਚਿਆਂ ਦੀ ਪ੍ਰੀਤ ਹੋਣੀ ਚਾਹੀਦੀ ਹੈ। ਕੱਚਿਆਂ ਦੀ ਪ੍ਰੀਤ ਚੋਂ ਕੁਛ ਨਿਕਲਦਾ ਨਹੀਂ ਹੈ। ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਪੱਕਿਆਂ ਨੂੰ ਟੋਲ ਲੋ ਭਾਈ, ਕੱਚਿਆਂ ਦੇ ਮਗਰ ਲੱਗ ਕੇ ਕੁਛ ਬਣਨਾ ਨਹੀਂ। ਕਬੀਰ ਜੀ ਫਰਮਾਉਂਦੇ, ਗੁਰਬਾਣੀ ਦਾ ਇਹ ਨਿਸ਼ਚਾ ਹੈ। ਬਾਕੀ ਸੰਤਾਂ ਨੇ ਵੀ ਇਹੀ ਬਾਤ ਕਹੀ ਹੈ ਵੀ ਪੂਰਾ ਸੰਤ ਟੋਲੋ। ਜੇ ਪੂਰਾ ਜਿਹੜਾ ਅੰਦਰੋਂ ਚੌਥੇ ਗੁਣ ਦਾ ਅਧਿਕਾਰੀ ਹੈ, ਜੇ ਉਹ ਮਿਲ ਜਾਏ ਫਿਰ ਸਾਡੇ ਅੰਦਰੋਂ ਸਾਰਾ ਕਲੇਸ਼ ਮੁੱਕ ਸਕਦਾ। ਨਹੀਂ ਤਾਂ ਫਿਰ ਕੱਚਿਆਂ ਦੇ ਨਾਲ ਪ੍ਰੀਤ ਪਾ ਕੇ ਸਾਡਾ ਆਧਾਰ ਨਹੀਂ ਹੋ ਸਕਣਾ। ਉਹਨੇ ਆਪ ਵੀ ਡੁੱਬਣਾ, ਅਸੀਂ ਵੀ ਡੁੱਬਣਾ। ਕਬੀਰ ਬਾਹਮਣ ਗੁਰੂ ਹੈ ਜਗਤ ਕਾ,
भगतन का गुर नाहीं। अर्ध उर्ध कै पच मुआ, चारों वेदों माहें। पंडित ਨੂੰ ਜਿਹਨੇ ਗੁਰੂ ਬਣਾਇਆ ਹੋਇਆ ਉਹ ਭਰਮਾਂ ਵਿੱਚ, ਮਨਮੁਖ ਦੇਹੀ ਭਰਮ ਪਤਾਰੋ। ਸਾਡੀ ਮਨਮੁਖਾਂ ਦੀ ਜਿਹੜੀ ਦੇਹ ਹੈ, ਉਹਦਾ ਜਿਹੜਾ ਪਤੀ ਉਹ ਭਰਮ ਹੈ, ਅਸੀਂ ਭਰਮ ਨਾਲ ਚੱਲਦੇ ਹਾਂ। ਕੰਚਨ ਦੇਹੀ ਸ਼ਬਦ ਪਤਾਰੋ। ਸਾਡੀ ਦੇਹੀ ਕੰਚਨ ਵਰਗੀ, ਪਾਰਸ ਵਰਗੀ ਹੋ ਸਕਦੀ ਹੈ ਜੇ ਅਸੀਂ ਸ਼ਬਦ ਨੂੰ ਆਪਣਾ ਪਤੀ ਬਣਾ ਲਈਏ। ਇਹੀ ਅੰਤਰ ਹੈ ਸੰਸਾਰ ਦਾ ਔਰ ਸੰਤ ਦਾ। ਦੇਖਣ ਨੂੰ ਇੱਕ ਜਿਹੀ ਹੈ, ਨੱਕ ਮੂੰਹ ਕੰਨ ਅੱਖਾਂ ਸਭ ਇੱਕ ਜਿਹੀਆਂ, ਪਰ ਅੰਦਰ ਸੰਤ ਦੇ ਭਰਮ ਨਹੀਂ ਹੁੰਦਾ। ਅਸੀਂ ਭਰਮਾਂ ਨਾਲ ਭਰੇ ਪਏ, ਜਿਹਨੂੰ ਸਹਿਸਾ ਵੀ ਗੁਰਦਾਨ ਦੀ ਹੈ ਗੁਰਬਾਣੀ। ਸਹਿਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਸਾਰਾ ਦਿਨ ਸਹਿਸਿਆਂ 'ਚ ਪਿਆ ਰਹਿੰਦਾ ਬੰਦਾ। ਆਈ ਨਾ ਹੋ ਜਾਏ, ਉਹ ਨਾ ਹੋ ਜਾਏ, ਡਰ ਵਿੱਚ ਔਰ ਗਲਤ ਕੰਮਾਂ 'ਚ। ਗਲਤ ਕੰਮਾਂ ਤੋਂ ਮੁਰਾਦ ਹੈ ਜਿੰਨਾ ਸਾਉਣ ਸ਼ਾਸਤਰ ਹੈ, ਇਹਨੂੰ ਸਾਰਾ ਗੁਰਬਾਣੀ ਨੇ ਖੰਡਿਆ ਹੋਇਆ। ਸਾਉਣ ਸ਼ਾਸਤਰ ਬਹੁਤ ਬੜੇ ਬੜੇ ਗ੍ਰੰਥ ਲਿਖੇ ਪਏ ਹੈ ਪੰਡਿਤ ਨੇ। ਜੇ ਬਿੱਲੀ ਰਸਤਾ ਕੱਟ ਗਈ ਤਾਂ ਆਹ ਹੋ ਜਾਊਗਾ ਨੁਕਸਾਨ। ਜੇ ਸਾਹਮਣੇ ਕੋਈ ਝੋਟਾ, ਮਾਲੀ ਵੀ ਕਹਿੰਦੇ ਕਈ ਇਲਾਕਿਆਂ 'ਚ ਉਹਨੂੰ, ਉਹ ਮਿਲ ਗਿਆ ਸੰਡਾ ਤਾਂ ਫਿਰ ਬੁਰਾ ਸ਼ਗਨ ਹੈ। ਪੰਡਿਤ ਮਿਲ ਗਿਆ ਬੁਰਾ ਸ਼ਗਨ ਹੈ। ਨੰਬਰਦਾਰ ਮਿਲ ਗਿਆ ਉਹ ਬੁਰਾ ਸ਼ਗਨ ਹੈ। ਖਾਲੀ ਘੜਾ ਮਿਲ ਗਿਆ ਉਹ ਬੁਰਾ ਸ਼ਗਨ ਹੈ। ਆਹ ਸੁਪਨਾ ਆ ਗਿਆ ਤਾਂ ਆਹ ਹੋ ਜਾਊਗਾ, ਇਹੋ ਜਿਹਾ ਆ ਗਿਆ ਤਾਂ ਇਹ ਹੋ ਜਾਊਗਾ। ਦਿਸ ਇਜ਼ ਆਲ ਇਲੂਜ਼ਨ। ਇਹ ਸਾਰਾ ਹੀ ਭਰਮ ਹੈ। ਭਰਮ ਸਾਡਾ, ਸਾਨੂੰ ਮਤਲਬ ਹੈ ਰਹਿਬਰ ਅਸੀਂ ਬਣਾਇਆ ਹੋਇਆ ਭਰਮ ਨੂੰ ਆਪਣਾ। ਭਰਮ ਦੇ ਨਾਲ ਚੱਲਦੇ ਹਾਂ। ਪੰਡਿਤ ਭਰਮ ਪਾਉਣ ਵਾਲਾ। ਇਸੇ ਕਰਕੇ ਕਬੀਰ ਜੀ ਕਹਿੰਦੇ ਵੀ ਮੈਂ ਪੰਡਿਤ ਦੇ ਮਗਰ ਨਹੀਂ ਗਿਆ। ਜਿਹੜੀ ਬਹੀਰ ਲੋਕਾਂ ਦੀ ਲੱਗੀ ਹੋਈ ਹੈ, ਇਹ ਪੰਡਿਤ ਨੇ ਆਪ ਵੀ ਡੁੱਬਣਾ ਹੈ, ਬਹੀਰ ਨੇ ਵੀ ਡੁੱਬ ਜਾਣਾ। ਕਬੀਰ ਜੀ ਫਰਮਾਉਂਦੇ ਵੀ ਮੈਂ ਤਾਂ ਇਹਨਾਂ ਤੋਂ ਬਿਲਕੁਲ ਪਾਸੇ ਹੋ ਕੇ ਔਗਟ ਘਾਟੀ ਤੇ ਚੜ੍ਹ ਰਿਹਾ, ਜਿਹੜੀ ਕਿ ਮੁਸ਼ਕਿਲ ਹੈ। ਕਿਉਂਕਿ ਸੰਸਾਰ ਨੂੰ ਕਿਰਿਆ ਕਰਮ ਕਰਨਾ ਸੌਖਾ ਲੱਗਦਾ, ਨਾਮ ਜਪਣਾ ਔਖਾ ਲੱਗਦਾ। ਆਖਣ ਔਖਾ ਸਾਚਾ ਨਾਮ। ਧਿਆਉਣਾ ਔਖਾ ਲੱਗਦਾ ਹੈ, ਕਰਮ ਕਰਨਾ ਸੌਖਾ ਲੱਗਦਾ। 10 ਲੱਖ ਰੁਪਈਆ ਵੀ ਲਗਾ ਦੂਗਾ, ਕਰਮ ਕਰੂਗਾ, ਦਾਨ ਪੁੰਨ ਵੀ ਕਰੂਗਾ, ਲੇਕਿਨ ਨਾਮ ਜਪਣਾ ਔਖਾ ਲੱਗਦਾ। ਗੁਰਬਾਣੀ ਦਾ ਮਾਰਗ ਹੀ ਇਹੀ ਹੈ। ਜਿਹੜੇ ਪੁੰਨਦਾਨ ਹੈ, ਅਗਰ ਸੇਵਾ ਦੇ ਰੂਪ 'ਚ ਹੈ ਤਾਂ ਮੁਬਾਰਕ ਹੈ। ਅਗਰ ਦਾਨ ਦੀ ਭਾਵਨਾ ਨਾਲ ਹੈ, ਵਡਿਆਈ ਦੀ ਭਾਵਨਾ ਨਾਲ ਹੈ, ਫਿਰ ਉਹ ਨਿਫਲ ਹੈ। ਨਾਮ ਜਪਿਆ ਹੋਇਆ ਵਿਅਰਥ ਨਹੀਂ ਜਾਂਦਾ। ਵਿੰਗਾ ਟੇਢਾ ਜਿਵੇਂ ਮਰਜ਼ੀ ਜਪ ਲਓ, ਨਾਮ ਦੀ ਬਹੁਤ ਮਹਾਨਤਾ ਗੁਰਬਾਣੀ ਨੇ ਕਰੀ ਹੈ। ਰਾਮ ਨਾਮ ਕਾ ਗਿੱਧਾ, ਭਾਵੇਂ ਸਿੱਧਾ ਭਾਵੇਂ ਪੁੱਠਾ। ਜੇ ਪੁੱਠਾ ਵੀ ਰਾਮ ਦਾ ਨਾਂ ਲਈਏ, ਮਰਾ ਮਰਾ ਵੀ ਕਹੀਏ ਤਾਂ ਵੀ ਰਾਮ ਹੀ ਬਣ ਜਾਂਦਾ। ਦੇਖ ਲਓ ਕਰਕੇ ਹੌਲੀ ਹੌਲੀ। ਇਹ ਰਿਸ਼ੀਆਂ ਨੇ ਦੱਸਿਆ ਸੀ ਮੰਤਰ। ਮਰਾ 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 ਰਾਮ 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 ਰਾਮ, ਉਹ ਮਰਾ ਰਾਮ ਹੀ ਬਣ ਜਾਂਦਾ। ਗੱਲ ਇਹ ਹੈ ਵੀ ਉਹਨੂੰ ਧਿਆਉਣਾ, ਉਹ ਪਿੱਛੇ ਉਹਦੀ ਭਾਵਨਾ ਹੋਵੇ। ਸ਼ਬਦ ਭਾਵੇਂ ਕੁਛ ਗਲਤ ਵੀ ਨਿਕਲ ਜਾਏ, ਸਹੀ ਨਾ ਵੀ ਹੋਵੇ, ਲੇਕਿਨ ਪਰਮਾਤਮਾ ਅੰਤਰਜਾਮੀ ਹੈ, ਗੁਰੂ ਅੰਤਰਜਾਮੀ ਅੰਦਰ ਹੀ ਬੈਠਾ ਹੈ। ਉਹਨੂੰ ਪਤਾ ਹੁੰਦਾ ਵੀ ਇਹ ਕਿਆ ਕਹਿ ਰਿਹਾ। ਇਸੇ ਕਰਕੇ ਜਿੰਨੀਆਂ ਵੀ ਪੜ੍ਹਾਈਆਂ ਦੁਨੀਆ ਦੇ ਵਿੱਚ, ਕਿਸੇ ਵੀ ਸਬਜੈਕਟ ਦੇ, ਕਿੰਨੇ ਹੀ ਸਬਜੈਕਟ ਹੈ, ਉਹਨਾਂ ਦੀਆਂ PhDਆਂ ਕਰ ਲਓ, ਵਿਆਕਰਨ ਪੜ੍ਹ ਲਓ, ਵੇਦਾਂ ਦੀਆਂ ਵਿਚਾਰਾਂ ਕਰ ਲਓ, ਕੁਛ ਨਹੀਂ ਨਿਕਲਦਾ ਉਹਨਾਂ 'ਚ। ਨਾਉ ਵਿਸਾਰੈ ਵੇਦ ਸੰਭਾਲੈ, ਬਿਖ ਭੂਲੇ ਲਿਖਾਰੀ। ਬਚਨ ਹੈ ਗੁਰਬਾਣੀ ਦਾ। ਵੇਦਾਂ ਦੀ ਸੰਭਾਲ ਕਰਦੇ ਹੈ, ਨਾਉ ਨੂੰ ਵਿਸਾਰਦੇ ਹੈ। ਨਾਉ ਨਹੀਂ ਜਪਦੇ ਹੈ ਕਦੇ ਵੀ। ਤੇ ਮਾਫ਼ ਕਰਿਓ, ਸਾਡੇ ਵਿੱਚ ਵੀ ਕੁਛ ਐਸਾ ਹੀ ਹੈ। ਜਿਹੜੇ ਵਿਦਵਾਨ ਲੋਕ ਹੈ, ਉਹ ਵਿਚਾਰਾਂ ਬਹੁਤ ਕਰਦੇ ਹੈ। ਅਸੀਂ ਲੋਕ ਵਿਚਾਰਾਂ ਵਿੱਚ ਪਏ ਰਹਿੰਦੇ ਹਾਂ, ਨਾਮ ਦਾ ਖਿਆਲ ਹੀ ਨਹੀਂ ਕਰਦੇ ਕਦੇ ਵੀ। ਇਹ ਗੱਲ ਇੱਕ ਬਹੁਤ ਅਹਿਮੀਅਤ ਰੱਖਦੀ ਹੈ। ਇਸੇ ਕਰਕੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਦੀ ਬਾਤ ਆਉਂਦੀ ਹੈ ਗੁਰਬਾਣੀ 'ਚ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਪਰਮਗਤ ਦਾ ਤਾਲੁਕ ਨਾਮ ਨਾਲ ਹੈ, ਵਿਦਵਤਾ ਨਾਲ ਨਹੀਂ ਹੈ। ਵਿਦਵਤਾ ਅਗਰ ਸਹਾਈ ਹੁੰਦੀ ਹੈ ਨਾਮ ਦੇ ਚੱਲਣ 'ਚ, ਫਿਰ ਬਹੁਤ ਵਧੀਆ ਚੀਜ਼ ਹੈ, ਹੋਣੀ ਚਾਹੀਦੀ ਹੈ। ਲੇਕਿਨ ਅਗਰ ਵਿਦਵਤਾ ਦੂਰ ਲਿਜਾਂਦੀ ਹੈ, ਮੈਂ ਦਾ ਵਾਧਾ ਕਰਦੀ ਹੈ ਹੋਰ ਅੰਦਰ, ਫਿਰ ਉਹ ਨਿਫਲ ਹੈ। ਬਲਕਿ ਫਿਰ ਤਾਂ ਉਹ ਭਿਅੰਕਰ ਰੋਗ ਹੈ। ਜਿਵੇਂ ਅਗਨੀ ਹੈ, ਬੜੀ ਪਵਿੱਤਰ ਚੀਜ਼ ਹੈ, ਸਾਡਾ ਭੋਜਨ ਪਕਾਉਂਦੀ ਹੈ, ਸਾਨੂੰ ਠੰਡ ਵਿੱਚ
ਗਰਮੈਸ਼ ਬਖਸ਼ਦੀ ਹੈ। ਪਰ ਜੇ ਅਗਨੀ ਦੇ ਨਾਲ ਹੀ, ਘਰ ਦੇ ਦੀਵੇ ਤੋਂ ਹੀ ਘਰ ਨੂੰ ਅੱਗ ਲੱਗ ਜਾਵੇ ਤਾਂ ਵਿਨਾਸ਼ਕਾਰੀ ਹੈ। ਇਸੇ ਤਰ੍ਹਾਂ ਗਿਆਨ ਹੈ। ਇਹ ਬਾਹਰੀ ਗਿਆਨ ਅਗਰ ਤਾਂ ਇਹ ਬ੍ਰਹਮ ਗਿਆਨ 'ਚ ਬਦਲ ਜਾਏ, ਵਿਵੇਕ ਗਿਆਨ 'ਚ ਬਦਲ ਜਾਏ ਤਾਂ ਬਹੁਤ ਗੁਣਕਾਰੀ ਹੈ। ਨਹੀਂ, ਇਸ ਗਿਆਨ ਨਾਲ ਇਹ ਘਰ ਸੜ ਜਾਂਦਾ, ਫਿਰ ਹਉਮੈ ਦੇ ਵਿੱਚ ਸੜਿਆ ਰਹਿੰਦਾ ਸਾਰਾ ਦਿਨ, ਆਪਣੇ ਆਪ ਨੂੰ ਉੱਚਾ ਕਰੀ ਜਾਂਦਾ ਬੰਦਾ। ਉਹ ਸੜਨਾ ਹੈ, ਪਰਮਾਤਮਾ ਤੋਂ ਦੂਰੀ ਹੈ ਔਰ ਜਨਮਾਂ ਦੇ ਵਿੱਚ ਭਟਕਣਾ ਹੈ। ਸੋ ਸਾਧ ਸੰਗਤ ਜੀਓ, ਗੁਰੂ ਮਹਾਰਾਜ ਦਾ ਉਪਦੇਸ਼ ਇਹੀ ਹੈ। ਬਾਰ ਬਾਰ ਬਾਣੀ ਪੜ੍ਹਨ ਤੋਂ 1430 ਅੰਗ ਹੈ। ਗੱਲ ਇੱਕੋ ਹੀ ਹੈ, ਇੱਕ ਦੀ ਉਹ ਹੈ, ਦੂਜੀ ਗੱਲ ਨਹੀਂ ਕੋਈ ਵੀ ਹੈ। ਜੇ ਏਕੇ ਦੇ ਨਾਲ ਪ੍ਰੀਤ ਬਣ ਗਈ, ਦੁਆਇਤ ਚੋਂ ਨਿਕਲ ਕੇ ਬੰਦਾ ਇੱਕ 'ਚ ਆ ਗਿਆ, ਗੁਰਬਾਣੀ ਨੇ ਕਿਰਪਾ ਬਰਸਾਤੀ, ਤਾਂ ਸਭ ਕੁਛ ਹੈ। ਨਹੀਂ, ਅਜੇ ਕੁਛ ਵੀ ਨਹੀਂ ਹੈ, ਹਾਲੇ ਬਾਹਰ ਦਾ ਹੀ ਹੋ ਰਿਹਾ ਜੋ ਕੁਛ ਹੋ ਰਿਹਾ। ਸੋ ਨਾਮ ਸੰਤਾਂ ਤੋਂ ਪ੍ਰਾਪਤ ਹੁੰਦਾ ਹੈ, ਸੰਗਤ ਤੋਂ ਪ੍ਰਾਪਤ ਹੁੰਦਾ। ਸੰਤਾਂ ਦੀ ਸੰਗਤ ਹੈ ਜਿਹੜੀ। ਥੋੜ੍ਹੀ ਜਿਹੀ ਵਿਚਾਰ ਕਰਕੇ ਸਮਾਪਤੀ ਕਰਾਂ। ਸਾਧ ਸੰਗਤ ਜੀ, ਉਹ ਗੁਰੂ ਸਰਵੱਗ ਹੁੰਦਾ ਹੈ। ਗੁਰੂ ਬਹੁਤ ਉੱਚਾ ਹੁੰਦਾ ਹੈ, ਸ੍ਰੇਸ਼ਟ ਹੁੰਦਾ ਹੈ, ਗ੍ਰਿਸ਼ਟ ਹੁੰਦਾ ਹੈ। ਪਰ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਦੱਸੀ ਹੈ ਵੀ ਸਾਡੇ ਨਾਲੋਂ ਵੀ ਸੰਗਤ ਬੜੀ ਹੈ। ਜੇ ਅਸੀਂ 20 ਵਿਸਵੇ ਹਾਂ ਤਾਂ ਸੰਗਤ 21 ਵਿਸਵੇ ਹੈ। ਕਿਵੇਂ? ਇਤਿਹਾਸ ਚੋਂ ਹਵਾਲਾ ਲਓ। ਸੰਗਤ ਦਾ ਹੁਕਮ ਮੰਨ ਕੇ, ਪੰਜਾਂ ਦਾ ਹੁਕਮ ਮੰਨ ਕੇ, ਹੇਠਾਂ ਗੋਡਾ ਲਗਾ ਕੇ ਆਪ ਅੰਮ੍ਰਿਤ ਪਾਨ ਕਰਿਆ ਖੰਡੇ ਬਾਟੇ ਦੀ ਪਹੁਲ ਲਈ ਦਸ਼ਮੇਸ਼ ਜੀ। ਸ੍ਰੀ ਚਮਕੌਰ ਸਾਹਿਬ ਦੀ ਗੜੀ ਚੋਂ ਪੰਜਾਂ ਦੇ ਹੁਕਮ ਨਾਲ ਨਿਕਲੇ ਰਾਤ ਨੂੰ। ਹਾਲਾਂਕਿ ਮਨ ਬਣ ਗਿਆ ਸੀ ਉੱਥੇ ਜੂਝਣ ਦਾ। ਡੌਲੇ ਫਰਕਣ ਲੱਗ ਗਏ ਸੀ, ਮੁੱਛਾਂ ਨੂੰ ਤਾਓ ਆ ਗਿਆ ਤੇ ਤਿਆਰ ਵੀ ਕਰ ਲਿਆ ਨੀਲੇ ਨੂੰ। ਪਰ ਜਦੋਂ ਹੁਕਮ ਹੋ ਗਿਆ ਪੰਜਾਂ ਦਾ ਤਾਂ ਛੱਡ ਕੇ ਗੜੇ ਨੂੰ। ਫੇਰ ਦਾਦੂ ਦੀ ਸਮਾਧ ਦੇ ਉੱਤੇ ਜਾ ਕੇ ਜਾਣ ਬੁੱਝ ਕੇ ਕੌਤਕ ਵਰਤਾਇਆ, ਤੀਰ ਦੇ ਨਾਲ ਨਮਸਕਾਰ ਕਰੀ। ਦੇ ਰਹੇ ਨੇ ਦਾਦੂ ਦੇ ਨੇ। ਦਾਦੂ ਦਾ ਗੁਰਬਾਣੀ ਵਿੱਚ ਤਾਂ ਨਹੀਂ ਹੈ, ਉਹਨਾਂ ਦੀ ਕੋਈ ਬਾਣੀ, ਵੈਸੇ ਉਹ ਭਗਤ ਹੋਏ ਇੱਕ ਇੱਧਰ ਰਾਜਸਥਾਨ ਵੱਲ। ਜੇ ਨਮਸਕਾਰ ਕਰੀ ਭਾਈ ਦਇਆ ਸਿੰਘ ਜੀ ਔਰ ਬਾਕੀ ਦੇ ਸਿੰਘ ਜਿਹੜੇ ਨਾਲ ਸੀਗੇ ਹੋਰ, ਉਹਨਾਂ ਨੇ ਇੱਕਦਮ ਗਲਤੀ ਪਕੜ ਲਈ। ਗਲਤੀ ਕਾਹਦੀ ਸੀ? ਜਾਣ ਕੇ ਕੌਤਕ ਵਰਤਾਇਆ ਸੀਗਾ। ਕਹਿੰਦੇ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹੋ ਵੀ ਇੱਕ ਦੇ ਨਾਲ ਲੱਗਣਾ, ਤੁਸੀਂ ਆਹ ਦੁਆਇਤ ਨੂੰ ਕਾਹਤੇ ਨਮਸਕਾਰ ਕਰੀਏ? ਕਹਿੰਦੇ ਭਾਈ ਗਲਤੀ ਹੈ, ਸਜ਼ਾ ਲਾਓ। ਕਹਿੰਦੇ ਸਜ਼ਾ ਤਾਂ ਤੁਹਾਨੂੰ ਕਿਆ ਲਾਉਣੀ, ਤੁਸੀਂ ਗੁਰੂ ਹੈ, ਤੁਹਾਡਾ ਕੋਈ ਚੋਜ ਲੱਗਦਾ ਹੈ ਵੀ ਸਾਡੀ ਸਮਝ ਤੋਂ ਬਾਹਰ ਹੈ, ਦੱਸੋ ਕਿਆ ਗੱਲ? ਕਹਿੰਦੇ ਭਾਈ ਘੁਮਾਰ ਆਪਣਾ ਘੜਾ ਬਣਾ ਕੇ ਉਹਨੂੰ ਠਣਕਾ ਕੇ ਦੇਖਦਾ ਐ, ਪੁੱਠੀਆਂ ਉਂਗਲੀਆਂ ਮਾਰ ਕੇ ਵੀ ਕਿੰਨੀ ਕੁ ਆਵਾਜ਼ ਕੱਢਦਾ, ਵੀ ਪੱਕਾ ਹੈ ਕੱਚਾ ਹੈ। ਤਾਂ ਅਸੀਂ ਵੀ ਤੁਹਾਡਾ ਇਮਤਿਹਾਨ ਲਿਆ ਖਾਲਸੇ ਦਾ, ਤੁਸੀਂ ਪੱਕੇ ਹੈ। ਬੜੀ ਖੁਸ਼ੀ ਹੋਈ ਵੀ ਤੁਸੀਂ ਪੱਕ ਗਏ ਇਸ ਗੱਲ 'ਚ ਵੀ ਇਹ ਪੇਪਰ ਖੜੇ, ਲਗਾਓ ਸਜ਼ਾ। ਨਾ ਚਾਹੁੰਦੇ ਹੋਏ ਵੀ ਹੁਕਮ ਮੰਨ ਕੇ ਗੁਰੂ ਦਾ ਸਜ਼ਾ ਵੀ ਲਗਾਈ। ਕੋਈ 125 ਰੁਪਇਆ, ਕੋਈ 500 ਰੁਪਇਆ, ਕੋਈ ਕਿਵੇਂ, ਇਤਿਹਾਸ ਜੇਕਰ ਆਉਂਦਾ, ਮਤਲਬ ਹੈ ਸਜ਼ਾ ਲਗਵਾਈ ਔਰ ਚਾਨਣੀ ਦਿੱਤੀ ਗੁਰੂ ਸਾਹਿਬ ਨੇ ਉਹਨਾਂ ਪੈਸਿਆਂ 'ਚੋਂ, ਸਜ਼ਾ ਦਿਆਂ 'ਚੋਂ। ਤੋ ਇਹ ਹੈ ਗੁਰੂ ਦੀ ਜਿਹੜੀ ਸੰਗਤ ਨੂੰ ਇੰਨੀ ਅਹਿਮੀਅਤ ਗੁਰੂ ਸਾਹਿਬ ਨੇ ਆਪ ਕਰਕੇ ਦਿਖਾਈ। ਇਸ ਤੋਂ ਪਹਿਲਾਂ ਵੀ ਹੋਇਆ ਇਤਿਹਾਸ 'ਚ। ਚੰਦੂ ਦੀ ਲੜਕੀ ਦਾ ਰਿਸ਼ਤਾ, ਜਦੋਂ ਉਹਨੇ ਉੱਚਾ ਬੋਲ ਬੋਲਿਆ ਸੀਗਾ, ਸੰਗਤ ਦੇ ਕਹਿਣ ਤੇ ਗੁਰੂ ਸਾਹਿਬ ਨੇ ਠੁਕਰਾਤਾ ਸੀਗਾ 6ਵੇਂ ਪਾਤਸ਼ਾਹ ਦਾ ਜਿਹੜਾ ਸ਼ਗਨ ਸੀਗਾ। ਦੇਖੋ ਸੰਗਤ ਨੂੰ ਕਿੰਨਾ ਉੱਚਾ ਕਰਿਆ ਉਹਨਾਂ ਨੇ। ਸੰਗਤ ਦੀ ਮਹਿਮਾ ਦਾ ਕੋਈ ਲੇਖਾ ਹੀ ਨਹੀਂ ਹੈ, ਕੋਈ ਵਰਣਨ ਹੀ ਨਹੀਂ ਹੈ, ਕਿਉਂਕਿ ਗੁਰੂ ਵਿੱਚ ਵੱਸਦਾ ਹੁੰਦਾ ਸੰਗਤ ਦੇ, ਰੱਬ ਵੀ ਵਿੱਚੇ ਵੱਸਦਾ ਹੁੰਦਾ, ਇਸੇ ਕਰਕੇ ਸੰਗਤ ਬੜੀ ਹੈ। ਔਰ 6ਵੇਂ ਪਾਤਸ਼ਾਹ ਨੇ ਪਹਿਲਾਂ ਬਚਨ ਕਰ ਦਿੱਤਾ ਵੀ ਦੇ ਦਿਓ ਭਾਈ ਪੈਂਦੇ ਦੇ ਜਵਾਈ ਦਾ ਬਾਜ, ਸਿੱਖੋ ਦੇ ਦਿਓ। ਜਦੋਂ ਸਿੱਖਾਂ ਨੇ ਸਵਾਲ ਕਰ ਦਿੱਤਾ ਵੀ ਮਹਾਰਾਜ 7 ਵਚਨ ਦੇ ਦਿੰਦੇ ਆ, ਪਰ ਸਾਡਾ ਸ਼ੰਕਾ ਦੂਰ ਕਰੋ ਵੀ ਸ਼ਰਨ ਆਏ ਦੀ ਰੱਖਿਆ ਕਰਨੀ ਬਣਦੀ ਹੈ ਜਾਂ ਨਹੀਂ? ਕਹਿੰਦੇ ਭਾਈ ਬਣਦੀ ਹੈ, ਆਪਣੀ ਗਰਦਨ ਤਾਰ ਕੇ ਚਾਹੇ ਉਤਰ ਜੇ ਤਾਂ ਵੀ ਬਣਦੀ ਹੈ। ਕਹਿੰਦੇ ਸਾਡੇ ਚਰਨਾਂ 'ਚ ਗਿਰਿਆ ਕਿ ਤੀਰ ਇਸੇ ਨੇ ਮਾਰਿਆ ਸੀ, ਦੇ ਦਈਏ? ਕਹਿੰਦੇ ਬਿਲਕੁਲ ਨਹੀਂ ਦੇਣਾ। ਇਹ ਹੈ ਸੰਗਤ ਦੀ ਕਰਾਮਾਤ। ਸੋ ਸੰਗਤ ਕਾ ਗੁਣ ਬਹੁਤ ਅਧਿਕਾਈ, ਪਰ ਸੂਆ ਗਨ ਕੋ ਧਾਰੇ। ਸੰਗਤ ਦੀ ਮਹਿਮਾ ਸ਼ਬਦਾਂ ਵਿੱਚ ਬਿਆਨ ਨਹੀਂ ਕਰੀ ਜਾ ਸਕਦੀ। ਗੁਰੂ ਮਹਾਨ ਹੈ, ਗੁਰੂ ਨੇ ਸੰਗਤ ਨੂੰ ਉਸ ਤੋਂ ਵੀ ਮਹਾਨਤਾ ਜ਼ਿਆਦਾ ਬਖਸ਼ ਦਿੱਤੀ।
ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਮਹਾਂਵਾਕ ਵਿੱਚ ਆਇਆ, ਉਹਦਾ ਸਹੀ ਉਚਾਰਨ ਇਹ ਹੈ, ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵੰਦੇ ਵਿਛੜੈ, ਓਏ ਮੋਇਆ ਨਾ ਜਾਹੀ ਛੋੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਪਦਾਰਥ ਪਾਇ ਕੈ ਕਬੀਰਾ ਗਾਂਠ ਨਾ ਖੋਲ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਕ ਨਹੀਂ ਮੋਲ। ਫਰੀਦਾ ਦੋ ਦੀਵੀ ਬੁਲੰਦਿਆਂ, ਮਲਕ ਬੈਠਾ ਆਏ। ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਵੇਦ ਪੁਰਾਣ ਸ਼ਾਸਤਰ ਵਿਚਾਰੰ, ਏਕ ਓੰਕਾਰ ਨਾਮ ਉਰ ਧਾਰੰ। ਕੁਲ ਹੈ ਸਮੂਹ ਸਗਲ ਉਧਾਰੰ, ਬੜ ਭਾਗੀ ਨਾਨਕ ਕੋ ਤਾਰੰ। ਸਿਮਰਨ ਗੋਬਿੰਦ ਨਾਮੰ, ਉਦਰਣੰ ਕੁਲ ਸਮੂਹਣੈ। ਲਬਧਯੰ ਸਾਧ ਸੰਗੇਣ ਨਾਨਕ, ਬੜ ਭਾਗੀ ਪੇਟ ਅੰਤ ਦਰਸ਼ਨੈ। ਸਰਬ ਦੋਖ ਪਰਮ ਤਿਆਗੀ, ਸਰਬ ਧਰਮ ਦਿਰੜੰਤਣੈ। ਲਵਧੇਣ ਸਾਧ ਸੰਗੇਣ ਨਾਨਕ, ਮਸਤਕ ਲਿਖਿਣ। ਹੋਇਓ ਹੈ ਹੋਵੰਤੋ, ਹਰਣ ਭਰਨ ਸੰਪੂਰਨ ਹੈ। ਸਾਧੂ ਸਤਮ ਜਾਣੋ, ਨਾਨਕ ਪ੍ਰੀਤ ਕਾਰਨ ਹੈ। ਸੁਖੇਣ ਬੈਣ ਰਤਨੰ ਰਚਨੰ, ਕਸੁੰਭ ਰੰਗਣੈ। ਰੋਗ ਸੋਗ ਵਿਯੋਗੰ, ਨਾਨਕ ਸੁਖ ਨਾ ਸੁਪਨੈ। ਸੁਖੇਣ ਬੈਣ ਰਤਨੰ ਰਚਨੰ, ਕਸੁੰਭ ਰੰਗਣੈ। ਰੋਗ ਸੋਗ ਵਿਯੋਗੰ, ਨਾਨਕ ਸੁਖ ਨਾ ਸੁਪਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਦੇ ਸਮੁੱਚੇ ਬਖਤੇ ਔਰ ਸਰੋਤੇ ਸਾਰੇ ਗੁਰਮੁਖ ਜਨੋ, ਆਪ ਜੀ ਨੂੰ ਕੋਟ ਕੋਟ ਨਮਸਕਾਰ ਹੈ, ਪ੍ਰਣਾਮ ਹੈ। ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅਗਲੇ ਸ਼ਲੋਕਾਂ ਦੇ ਵਿੱਚ ਵਿਚਾਰ ਕਰਾ ਰਹੇ ਹੈ। ਵੇਦ ਪੁਰਾਣ ਸ਼ਾਸਤਰ ਵਿਚਾਰੰ, ਧਾਰਮਿਕ ਸ਼ਾਸਤਰ ਜਿੰਨੇ ਵੀ ਹੈ ਉਹਨਾਂ ਦੀ ਵਿਚਾਰ ਹੈ, ਉਹ ਸਾਨੂੰ ਦ੍ਰਿੜ ਕਰਾਉਂਦੇ ਹੈ। ਏਕ ਓੰਕਾਰ ਨਾਮ ਔਰ ਧਾਰਮ, ਨਿਚੋੜ ਉਹਨਾਂ ਦਾ ਇਹੀ ਹੈ ਵੀ ਇੱਕ ਓੰਕਾਰ ਨੂੰ, ਉਹਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰ ਲਓ ਭਾਈ। ਸਾਧ ਸੰਗਤ ਜੀ, ਇੱਥੇ ਥੋੜਾ ਜਿਹਾ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਵੀ ਜਿਹੜੇ ਵੇਦ ਹੈ ਚਾਰੇ, ਉਹਨਾਂ ਦੇ ਵਿੱਚ ਬਹੁਤ ਦੇਵਵਾਦ ਨਹੀਂ ਹੈ। ਦੇਵਤੇ ਹੈ ਲੇਕਿਨ ਉਸ ਤਰ੍ਹਾਂ ਨਹੀਂ ਹੈ ਜਿਵੇਂ ਅੱਗੇ ਚੱਲ ਕੇ ਫਿਰ ਬਾਕੀ ਦੇ ਸਾਹਿਤ ਵਿੱਚ, ਹਿੰਦੂ ਸਾਹਿਤ ਵਿੱਚ ਆਏ ਹੈ। ਉਹਨਾਂ ਦੇ ਵਿੱਚ ਵੇਦਾਂ ਦੇ ਵਿੱਚ ਨਾਮ ਦੀ ਗੱਲ ਹੈਗੀ ਹੈ, ਖਾਸ ਕਰਕੇ ਜਿਹੜੇ ਉਪਨਿਸ਼ਦ ਹੈ, ਪਰਮਾਤਮਾ ਦੀ, ਆਤਮਾ ਦੀ ਸਾਰੀਆਂ ਬਾਤਾਂ ਉਹਨਾਂ 'ਚ ਹੈਗੀਆਂ ਨੇ। ਉਹਨਾਂ ਤੋਂ ਭਾਈ ਇੱਕ ਓਂਕਾਰ ਦਾ ਜਿਹੜਾ ਨਾਮ ਹੈ ਉਹਨੂੰ ਹਿਰਦੇ 'ਚ ਧਾਰ ਲਓ, ਵਸਾ ਲਓ। ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਹੀਂ, ਫਿਰੈ ਜਿਉ ਬੇਤਾਲਿਆ।
ਜਿਹੜੇ ਬਾਕੀ ਦੇ ਫਿਰ ਲੇਟਰ ਆਨ ਜਿਹੜੀ ਸਾਡੇ ਧਾਰਮਿਕ ਗ੍ਰੰਥ ਹੈ ਹਿੰਦੂ ਧਰਮ ਦੇ, ਉਹਨਾਂ ਦੇ ਵਿੱਚ ਫਿਰ ਪਰਮਾਤਮਾ ਨੂੰ ਤਾਂ ਬਿਲਕੁਲ ਹੀ ਉਡਾ ਦਿੱਤਾ ਗਿਆ। ਜਿਹੜੇ ਆਪਣੇ ਅਵਤਾਰ ਹੈ ਜਾਂ ਦੇਵਤੇ ਹੈ, ਉਹਨਾਂ ਨੂੰ ਮੁੱਖ ਕਰ ਲਿਆ ਗਿਆ। ਇਹ ਅੰਤਰ ਹੈ ਉਹਨਾਂ ਦੇ ਵਿੱਚ। ਕੁੱਲ ਸਮੂਹ ਸਗਲ ਉਦਾਹਰਨ, ਆਪਣੀਆਂ ਕੁੱਲ ਹੈ ਸਮੂਹ, ਕੁਲਾਂ ਦਾ ਜਾਂ ਸਾਰੇ ਜਿੰਨੇ ਵੀ ਸਮੂਹ ਹੈ ਆਪਣੇ ਨੇੜੇ ਤੇੜੇ ਦੇ ਜਿਹੜੇ ਬੰਦੇ ਦੇ ਹੁੰਦੇ ਆ, ਉਹ ਨਾਮ ਦੇ ਨਾਲ ਸਾਰਿਆਂ ਦਾ ਉਧਾਰ ਹੋ ਜਾਂਦਾ। ਵਡਭਾਗੀ ਨਾਨਕ ਕੋ ਤਾਰ, ਲੇਕਿਨ ਉਹਨਾਂ ਵਿੱਚੋਂ ਵੀ ਕੋਈ ਵੱਡਿਆਂ ਭਾਗਾਂ ਦੇ ਨਾਲ ਫਰਮਾਉਂਦੇ ਪਾਤਸ਼ਾਹ ਉਹ ਤਰ ਜਾਂਦਾ ਹੈ। ਇੱਥੇ ਸਾਧ ਸੰਗਤ ਜੀ ਥੋੜਾ ਜਿਹਾ ਦੱਸ ਰਹੇ ਨੂੰ ਜੋ ਸਮਝ ਆਇਆ, ਉਹ ਇੱਕ ਗੱਲ ਹੈ ਵਿੱਚ ਉਧਾਰ ਤਾਂ ਸਭ ਦਾ ਹੋ ਜਾਂਦਾ ਜਿਹੜੇ ਨਾਲ ਜੁੜ ਜਾਂਦੇ, ਲੇਕਿਨ ਜਿੰਨਾ ਚਿਰ ਭੇਂਟ ਨਹੀਂ ਹੁੰਦੀ ਤਰਦਾ ਨਹੀਂ ਹੈ ਬੰਦਾ। ਇਹਦਾ ਭਾਵ ਇਹ ਹੈ ਜੋ ਸਮਝ ਆਇਆ ਬਈ ਮੁੜ ਕੇ ਮਨੁੱਖ ਜ਼ਰੂਰ ਬਣ ਜਾਊਗਾ ਬੰਦਾ, ਕਿਸੇ ਵੀ ਸਾਧੂ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ। ਪਰ ਜਿਹੜਾ ਤਰਨਾ ਹੈ ਇਸ ਯਾਨੀ ਬੰਦੇ ਨੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਮਿਲਣਾ ਜਿਉਂਦੇ ਜੀ, ਤਾਂ ਕਿ ਮੁੜ ਕੇ 84 ਕੱਟੀ ਜਾਵੇ, ਉਹ ਜਿਹੜੀ ਗੱਲ ਹੈ ਉਹ ਬੜੀ ਦੁਰਲੱਭ ਹੈ। ਉਹ ਮੁੜ ਕੇ ਮਨੁੱਖ ਬਣ ਕੇ ਫੇਰ ਕਰਨੀ ਪਊਗੀ ਜਨਮ। ਉਹਦੇ ਨਾਲ ਫੇਰ ਆਵਾਗਮਨ ਘਟ ਜਾਂਦਾ ਹੈ। ਜਿਵੇਂ ਇੱਕ ਹੋਰ ਜਗ੍ਹਾ ਵੀ ਫਰਮਾਨ ਹੈ, ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾਂ ਜਾਉ, ਪੇਖਤ ਹੀ ਪੁਨੀਤ ਹੋਏ, ਭੇਂਟਤ ਜਪੀਐ ਨਾਉ। ਸੰਤ ਨੂੰ ਦੇਖਦੀ ਸਾਰੇ ਉਹਦੀ ਆਭਾ, ਉਹਦੇ ਪ੍ਰਭਾਵ ਵਿੱਚ ਆਉਣ ਦੇ ਕਾਰਨ ਹੀ ਬੰਦਾ ਪਵਿੱਤਰ ਹੋ ਜਾਂਦਾ, ਪੁਨੀਤ ਹੋ ਜਾਂਦਾ। ਲੇਕਿਨ ਅਜੇ ਤਰਦਾ ਨਹੀਂ ਹੈ। ਤਰਨਾ ਹੁੰਦਾ ਜਦੋਂ ਫਿਰ ਭੇਂਟਾ ਹੋ ਜਾਏ, ਜਦੋਂ ਮੈਂ ਤੋੜੂਗਾ ਸਾਧੂ, ਫੇਰ ਚਾਹੇ ਇਸੇ ਜਨਮ 'ਚ ਚਾਹੇ ਅਗਲਾ ਜਨਮ ਮਨੁੱਖਾ ਦਵਾ ਕੇ ਫੇਰ। ਇਹ ਬੜਾ ਲੰਬਾ ਪ੍ਰੋਸੈਸ ਵੀ ਹੋ ਸਕਦਾ, ਇੱਕ ਛਿਣ 'ਚ ਵੀ ਹੋ ਸਕਦਾ। ਸੋ ਦੇਖਣ ਦੇ ਨਾਲ ਸੀਇੰਗ ਟੂ ਸੀ ਪਵਿੱਤਰਤਾ ਆ ਜਾਂਦੀ ਹੈ। ਕੁਛ ਨਾ ਕੁਛ ਸਾਡੇ ਉੱਪਰ ਜਿਹੜੀਆਂ ਵਾਈਬ੍ਰੇਸ਼ਨ ਉਹ ਪ੍ਰਭਾਵ ਛੱਡ ਜਾਂਦੀਆਂ। ਪਰ ਜਿਹੜਾ ਟੋਟਲ ਬਦਲਣਾ ਹੈ ਬੰਦੇ ਦਾ, ਪਰਮਾਤਮਾ ਦੇ ਨਾਲ ਮਿਲਣਾ ਹੈ, ਭੇਂਟਾ ਹੋਣੀ, ਜਿਹਨੂੰ ਕਹਿੰਦੇ ਭੇਂਟਤ ਜਪੀਐ ਨਾਉ, ਉਹ ਨਾਮ ਦੀ ਪ੍ਰਾਪਤੀ ਭੇਂਟਾ ਤੋਂ ਹੁੰਦੀ ਹੈ। ਉਹ ਹਉਮੈ ਟੁੱਟੇ ਬਿਨਾਂ ਨਹੀਂ ਹੁੰਦੀ। ਜਿਹਨੂੰ ਮੀਟਿੰਗ ਕਹਿ ਲਓ ਜਾਂ ਭੇਂਟਾ ਕਹਿ ਲਓ, ਇਹ ਸ਼ਬਦ ਇਸ ਤਰ੍ਹਾਂ ਦਾ ਹੀ ਹੈ। ਮੀਟਿੰਗ ਵੀ ਕੋਈ ਪੂਰਾ ਸ਼ਬਦ ਨਹੀਂ ਜਿਹੜਾ ਇਹਨੂੰ ਡਿਪਿਕਟ ਕਰੇ ਪੂਰੀ ਇਹਦੀ। ਆਪ ਜੀ ਸਮਝ ਲਿਓ ਇਸ ਗੱਲ ਨੂੰ ਬਈ ਭੇਂਟਾ ਤੋਂ ਮਤਲਬ ਹੈ ਅੰਦਰ ਤੋਂ ਇੱਕਮਿਕ ਹੋ ਜਾਣਾ। ਦੇਖਣ ਦੇ ਨਾਲ ਉਹ ਅਵਸਥਾ ਨਹੀਂ ਬਣਦੀ ਵੀ ਅੰਦਰ ਤੇ ਹੋ ਜਾਊਗਾ ਇੱਕ ਪਵਿੱਤਰ ਜ਼ਰੂਰ ਹੋ ਜਾਊਗਾ। ਬਾਹਰ ਦਾ ਐਕਸ਼ਨ ਹੈ ਉਹਦਾ ਠੀਕ ਹੋ ਜਾਊਗਾ, ਯਾਨੀ ਉਹਦੀ ਜਿਹੜੀ ਦਸ਼ਾ ਹੈ ਉਹ ਠੀਕ ਹੋ ਜਾਊਗੀ। ਦਿਸ਼ਾ ਤਾਂ ਭੇਂਟਾ ਤੋਂ ਬਿਨਾਂ ਠੀਕ ਹੋ ਹੀ ਨਹੀਂ ਸਕਦੀ। ਇਸੇ ਕਰਕੇ ਸਾਡੇ ਸਿੱਖ ਸਮਾਜ ਵਿੱਚ ਵੀ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਕਰੋੜਾਂ ਦੀ ਗਿਣਤੀ 'ਚ ਅਸੀਂ ਸਿੱਖ ਲੋਕ ਹਾਂ, ਸਾਡੀ ਦਸ਼ਾ ਤਾਂ ਠੀਕ ਹੋ ਜਾਂਦੀ ਹੈ, ਪਰ ਦਿਸ਼ਾ ਤਾਂ ਬਹੁਤ ਵੱਡਿਆਂ ਭਾਗਾਂ ਦੇ ਨਾਲ ਕੋਈ ਮਹਾਰਾਜ ਗੁਰਬਾਣੀ ਦੀ ਕਿਰਪਾ ਵਰਸ ਜੇ ਤਾਂ ਹੀ ਹੁੰਦੀ ਹੈ, ਅਦਰਵਾਈਜ਼ ਨਾਮ ਮਿਲਦਾ ਨਹੀਂ ਹੈ, ਚੱਲਦਾ ਨਹੀਂ ਹੁੰਦਾ। ਧਾਰਮਿਕ ਗ੍ਰੰਥ ਪੜ੍ਹ ਲੈਣੇ ਅੱਛੀ ਗੱਲ ਹੈ, ਉਹਨਾਂ ਦੀ ਵਿਚਾਰ ਕਰਨੀ ਉਹ ਤੇ ਵੀ ਅੱਛੀ ਗੱਲ ਹੈ, ਉਹਨਾਂ ਦੇ ਨਾਲ ਆਪਣੇ ਆਪ ਨੂੰ ਢਾਲ ਲੈਣਾ ਹੋਰ ਵੀ ਚੰਗੀ ਗੱਲ ਹੈ। ਲੇਕਿਨ ਜਿਹੜੀ ਭੇਂਟਾ ਹੈ ਉਹ ਬਹੁਤ ਦੁਰਲੱਭ ਹੈ। ਉਹ ਤਾਂ ਬਿਨਾਂ ਕਿਰਪਾ ਤੋਂ, ਪਰਮਾਤਮਾ ਦੀ ਔਰ ਗੁਰੂ ਦੀ ਕਿਰਪਾ ਤੋਂ ਬਿਨਾਂ ਉਹ ਭੇਂਟਾ ਨਹੀਂ ਹੁੰਦੀ, ਹਉਮੈ ਨਹੀਂ ਜਾਂਦੀ ਬੰਦੇ ਦੀ ਅੰਦਰ। ਸੋ ਇੱਕ ਨਿਰੰਕਾਰ, ਫਿਰ ਏਕੰਕਾਰ, ਫਿਰ ਓਅੰਕਾਰ, ਇਹਨਾਂ 'ਚ ਵੀ ਭੇਦ ਹੈ ਸਾਧ ਸੰਗਤ ਜੀ। ਗੁਰਬਾਣੀ ਵਾਲੇ ਮਹਾਂਪੁਰਸ਼ਾਂ ਨੇ ਨਹੀਂ ਭੇਦ ਕਰਿਆ, ਲੇਕਿਨ ਜਿੱਥੋਂ ਇਹ ਚੱਲੇ ਸ਼ਬਦ ਹਿੰਦੁਸਤਾਨੀ ਫਲਸਫੀ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ 'ਚ ਅੰਤਰ ਹੈ। ਨਿਰੰਕਾਰ ਹੈ ਜਦੋਂ ਕੋਈ ਫੁਰਨਾ ਨਹੀਂ ਸਾ, ਆਪਣੇ ਆਪ ਮਸਤੀ 'ਚ ਬੈਠਾ ਸੀ, ਕੋਈ ਗੁਣ ਪ੍ਰਗਟ ਨਹੀਂ ਸੀ ਕਰਿਆ, ਨਿਰਗੁਣ ਸੀ, ਨਿਰੰਕਾਰ ਸੀ, ਕੋਈ ਆਕਾਰ ਨਹੀਂ। ਫਿਰ ਏਕੰਕਾਰ ਜਦੋਂ ਫੁਰਨਾ ਉੱਠਿਆ, ਥੋੜਾ ਜਿਹਾ ਗੁਣ ਧਾਰਨ ਕਰਿਆ। ਫਿਰ ਓਅੰਕਾਰ ਜਦੋਂ, ਫਿਰ ਉਹ ਜਿਹੜਾ ਫੁਰਨਾ ਉਹਨੂੰ ਪ੍ਰੈਕਟੀਕਲ 'ਚ ਬਦਲ ਕੇ ਸੰਸਾਰ ਸਾਜ ਕੇ ਬੈਠ ਗਿਆ, ਵਿੱਚ ਹੀ ਬੈਠਾ।
ਇੱਕ ਓੰਕਾਰ, ਉਹ ਸ਼ਬਦ ਹੈ ਓੰਕਾਰ, ਜਿਹਦੇ ਵਿੱਚ ਇੱਕ ਵੀ ਹੈ, ਅਨੇਕਤਾ ਵੀ ਹੈ। ਕੁਲੈ ਸਮੂਹ ਸਗਲ ਉਦਾਹਰਣ, ਬੜਭਾਗੀ ਨਾਨਕ ਕੋ ਤਾਰਨ। ਸਿਮਰਨ ਗੋਬਿੰਦ ਨਾਮੰ ਉਦਰਣ ਕੁਲ ਸਮੂਹ ਹੈ। ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ, ਵਾਹਿਗੁਰੂ ਦੇ ਗੋਬਿੰਦ ਦੇ ਸਿਮਰਨ ਕਰਨ ਦੇ ਨਾਲ ਸਮੁੱਚੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਲਵਦਿੰ ਸਾਧ ਸੰਗੇਣ ਨਾਨਕ ਬੜਭਾਗੀ ਭੇਟੰਤ ਦਰਸ਼ਨ। ਇਹ ਸਾਧੂ ਦੀ ਸੰਗਤ ਚ ਹੁੰਦਾ ਜੋ ਕੁਛ ਵੀ ਹੋ ਰਿਹਾ, ਜੋ ਦੱਸਿਆ ਗਿਆ ਸਾਧੂ ਦੀ ਸੰਗਤ ਵਿੱਚੋਂ ਲੱਭਦਾ ਹੈ। ਪਰ ਉਹਦੇ ਵਿੱਚ ਵੀ ਫਿਰ ਅੱਗੇ ਗੱਲ ਹੈ ਜਿਹੜੀ ਪਹਿਲਾਂ ਉੱਪਰ ਵਿਚਾਰ ਹੋ ਰਹੀ ਹੈ, ਬਈ ਕਿਸੇ ਦੇ ਬਹੁਤ ਵੱਡੇ ਭਾਗ ਹੋਵੇ ਉਹਨੂੰ ਭੇਟਾ ਹੁੰਦੀ ਹੈ, ਫੇਰ ਦਰਸ਼ਨ ਹੁੰਦੇ। ਜਿਹਦੇ ਵਿੱਚ ਆਪਾਂ ਇਸ ਤਰ੍ਹਾਂ ਕਹਿ ਲਓ, ਜੋ ਸਮਝ ਆਈ ਹੈ ਵੀ ਚੌਥਾ ਪਦ ਬਣਨਾ ਔਰ ਉਹਦੀ ਪ੍ਰਾਪਤੀ ਹੋ ਜਾਣੀ, ਇਹ ਬੜੀ ਦੋਨੋਂ ਚੀਜ਼ਾਂ ਬਹੁਤ ਦੁਰਲੱਭ ਹੈ। ਪਰ ਦੋਨਾਂ ਦੇ ਵਿੱਚ ਜੇ ਡਿਫਰੈਂਸ਼ੀਏਸ਼ਨ ਕਰਦੇ ਹਾਂ ਤਾਂ ਨਾਮ ਦੀ ਪ੍ਰਾਪਤੀ ਤਾਂ ਸ਼ੁਰੂਆਤ ਵਿੱਚ ਹੀ ਹੋ ਜਾਂਦੀ ਹੈ, ਭੇਟਾ ਹੋਣ ਤੋਂ ਬਾਅਦ। ਲੇਕਿਨ ਦਰਸ਼ਨ ਉਸ ਤੋਂ ਵੀ ਅਗਲੀ ਅਵਸਥਾ ਹੈ, ਫਿਰ ਜਦੋਂ ਹੋਰ ਜ਼ਿਆਦਾ ਤਰੱਕੀ ਹੁੰਦੀ ਹੈ, ਜਿਹਨੂੰ ਪਰਮ ਪਦ ਕਹਿੰਦੇ। ਚੌਥੇ ਗੁਣ ਦੀ ਸਵੇਰ ਨਾਮ ਦਾ ਪ੍ਰਾਪਤੀ ਹੋ ਜਾਣੀ, ਤੇ ਉਹਦੀ ਦੁਪਹਿਰ ਹੈ ਜਦੋਂ ਪੂਰਾ ਖਿੜਿਆ ਵਾ ਹੁੰਦਾ ਫੁੱਲ, ਜਿਹਨੂੰ ਪਰਮ ਪਦ ਕਹਿੰਦੇ, ਜਿਹੜੀ ਅਵਸਥਾ 'ਚ ਗੁਰੂ ਮਹਾਰਾਜ ਥੇ। ਸਾਧ ਸੰਗਤ ਜੀਓ, ਸਰਬ ਦੋਖ ਪਰਮ ਤਿਆਗੀ, ਸਰਬ ਧਰਮ ਦ੍ਰਿੜੰਤਣੈ। ਸਾਰਿਆਂ ਦੋਖਾਂ ਦਾ, ਪਾਪਾਂ ਦਾ ਪੂਰੀ ਤਰ੍ਹਾਂ ਤਿਆਗ ਕਰ ਦਿੰਦਾ ਫਿਰ ਬੰਦਾ। ਪਰਮ ਤਿਆਗੀ, ਇੱਕ ਤਿਆਗ, ਇੱਕ ਪਰਮ ਤਿਆਗ। ਦੇਖਣ ਨਾਲ ਬਹੁਤ ਸਾਰੇ ਪਾਪ ਛੱਡ ਦਿੰਦਾ ਬੰਦਾ ਸੰਤ ਨੂੰ, ਸੰਗਤ ਦੇ ਵਿੱਚ ਜਾਣ ਨਾਲ। ਪਰ ਪੂਰਾ ਤਿਆਗ ਕਦੋਂ ਕਰੂਗਾ? ਜਦੋਂ ਉਹਦੀ ਪੂਰੀ ਕਿਰਪਾ ਹੋਊਗੀ, ਭੇਟਾ ਹੋਊਗੀ। ਸਰਬ ਧਰਮ ਦ੍ਰਿੜੰਤਣੈ, ਸਾਰਿਆਂ ਧਰਮਾਂ ਨੂੰ ਦ੍ਰਿੜੰਤਣ ਪੱਕਾ ਕਰ ਲੈਂਦਾ ਅੰਦਰ। ਹੁਣ ਇਹ ਤੋਂ ਮਤਲਬ ਇਹ ਨਹੀਂ ਵੀ ਸਾਰਿਆਂ ਧਰਮਾਂ ਦਾ ਧਾਰਨੀ ਹੋ ਜਾਂਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਜਪਣ ਲੱਗ ਪੈਂਦਾ, ਇਹੀ ਸਭ ਤੋਂ ਸ੍ਰੇਸ਼ਟ ਧਰਮ ਹੈ, ਇਹੀ ਕਰਮ ਸਭ ਤੋਂ ਸ੍ਰੇਸ਼ਟ ਹੈ। ਬਾਕੀ ਜਿੰਨੇ ਵੀ ਬੰਦਾ ਕਰਮ ਕਰਦਾ ਉਹ ਸ੍ਰੇਸ਼ਟ ਨਹੀਂ ਹੈ। ਸਾਰਿਆਂ ਧਰਮਾਂ ਵਿੱਚ ਸ੍ਰੇਸ਼ਟ ਧਰਮ ਨਾਮ ਜਪਣਾ। ਲਵਦਿਅਨ ਸਾਧ ਸੰਗੇਣ ਨਾਨਕ ਮਸਤਕ ਲਿਖਿਆਣ। ਸਾਧੂ ਦੀ ਸੰਗਤ ਵਿੱਚੋਂ ਮਿਲਣਾ ਹੈ, ਗੁਰੂ ਕੀ ਸੰਗਤ ਵਿੱਚੋਂ ਇਹ ਲੱਭਦਾ ਹੈ। ਔਰ ਮੱਥੇ ਦੇ ਉੱਤੇ ਲੇਖ ਜਿਹੜਾ ਪ੍ਰਮਾਤਮਾ ਪਾ ਕੇ ਭੇਜਦਾ ਹੈ, ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ, ਉਹਦੇ ਕਰਕੇ ਇਹ ਪ੍ਰਾਪਤੀ ਹੁੰਦੀ। ਕੱਲ ਪਰਸੋਂ ਵੀ ਵਿਚਾਰ ਆ ਲਈ ਇਸ ਗੱਲ ਦੀ ਵੀ ਗੁਰੂ ਮਹਾਰਾਜ ਤੀਜੇ ਗੁਰੂ ਅਮਰਦਾਸ ਜੀ ਨੂੰ ਲਿਖਿਆ ਵਾ ਤਾਂ ਪਹਿਲਾਂ ਹੀ ਸੀ, ਪਰ ਪ੍ਰਗਟ ਜਾ ਕੇ ਕਿਤੇ ਕਿੰਨੀ ਉਮਰ 'ਚ ਹੋਇਆ, ਜਦੋਂ ਚਰਨ ਛੋਹ ਪ੍ਰਾਪਤ ਹੋਈ। ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ। ਇਹ ਉਹੀ ਹੈ ਪੀ ਹੋਸੀ ਜਾਏ ਨਾ ਜਾਸੀ, ਸ਼ਬਦਾਂ ਦਾ ਹੀ ਉਹ ਹੈ, ਗੱਲ ਇੱਕੋ ਹੀ ਹੈ। ਹੁਣ ਵੀ ਹੈ, ਰਹਿਣਾ ਵੀ ਹੈ ਉਹਨੇ, ਔਰ ਪਹਿਲਾਂ ਵੀ ਥਾ। ਹਰਨ ਭਰਨ ਸੰਪੂਰਨ ਹੈ, ਸੰਸਾਰ ਦਾ ਨਾਸ਼ ਵੀ ਕਰਦਾ ਹੈ, ਸੰਸਾਰ ਦੀ ਪਾਲਣਾ ਵੀ ਕਰਦਾ ਹੈ, ਸੰਪੂਰਨ ਹੈ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ। ਇਹ ਸਭ ਕਾਸੇ ਦਾ ਜਿਹੜਾ ਬੇਸ ਹੈ ਉਹ ਸਾਧੂ ਹੈ, ਔਰ ਪ੍ਰੀਤ ਹੋ ਜਾਣੀ ਸੰਗਤ ਦੇ ਨਾਲ। ਇਸ ਸਭ ਕਾਸੇ ਦਾ ਕਾਰਨ ਇਹ ਹੈ ਵੀ ਪ੍ਰਮਾਤਮਾ ਦੇ ਨਾਲ ਲਗਾਅ ਹੋ ਜਾਂਦਾ, ਅੰਦਰ ਤੋਂ ਨਾਮ ਜਪਣ ਲੱਗ ਪੈਂਦਾ ਬੰਦਾ। ਦੁਨੀਆਦਾਰੀ ਦੇ ਜਿਹੜੇ ਕਰਮ ਵਿਸ਼ੇਸ਼ਾਂ ਵਿੱਚ ਪੰਡਿਤ ਨੇ ਪਾਇਆ ਹੋਇਆ, ਉਹਨਾਂ ਤੋਂ ਬਾਹਰ ਨਿਕਲ ਜਾਂਦਾ। ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ। ਸੋਹਣੇ ਸੋਹਣੇ ਬਚਨ ਸੁਣਨ ਨੂੰ, ਜਿਵੇਂ ਸੁੰਦਰ ਇਸਤਰੀਆਂ ਨੂੰ ਮੋਹਿਤ ਹੁੰਦਾ ਬੰਦਾ। ਔਰ ਇਹ ਜਿਹੜੀ ਉਹਦੀ ਰਚਨਾ ਹੈ, ਇਹਦੇ ਵਿੱਚ ਰਤਨਾਂ ਵਰਗੇ ਪਦਾਰਥ ਹੈ। ਇਹ ਸਾਰਾ ਹੀ ਕਸੁੰਭਾ ਹੈ। ਕਸੁੰਭਾ ਹੁੰਦਾ ਕੱਚਾ ਰੰਗ, ਜਿਹੜਾ ਜਦੇ ਉਤਰ ਜਾਂਦਾ ਹੈ। ਮਜੀਠ ਹੁੰਦਾ ਨਾਮ ਦਾ ਰੰਗ, ਜਿਹੜਾ ਕਦੇ ਵੀ ਨਹੀਂ ਉਤਰਦਾ। ਇਹ ਦੁਨੀਆਦਾਰੀ ਦੇ ਵਿੱਚ ਫਸ ਕੇ ਬੰਦਾ ਕੁਸੰਬੇ ਦੀ ਤਰ੍ਹਾਂ ਰੰਗ ਹੋ ਜਾਂਦਾ। ਦੇਖਣ ਨੂੰ ਤਾਂ ਲੱਗਦਾ ਵੀ ਬੜਾ ਰੰਗਿਆ ਗਿਆ, ਪਰ ਅੰਦਰ ਨਹੀਂ ਰੰਗਿਆ ਜਾਂਦਾ।
ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨੇ। ਰੋਗ ਸੋਗ ਵਿਯੋਗ ਵਿਛੋੜੇ ਪਏ ਰਹਿੰਦੇ ਬੰਦੇ ਨੂੰ ਪਰਮਾਤਮਾ ਤੋਂ, ਸੁੱਖ ਸੁਪਨੇ 'ਚ ਵੀ ਨਹੀਂ ਆਉਂਦਾ। ਦੁਨੀਆਦਾਰੀ ਦੇ ਵਿੱਚ ਲਪੇਟਿਆ ਰਹਿੰਦਾ ਹੈ, ਮਸਤ ਰਹਿੰਦਾ ਹੈ, ਪਰ ਸੁੱਖ ਸੁਪਨੇ 'ਚ ਵੀ ਨਹੀਂ ਆਉਂਦਾ, ਕਿਉਂਕਿ ਨਾਮ ਨਹੀਂ ਜਪਦਾ। ਇਹ ਨਾਮ ਤੋਂ ਉਲਟ ਰਸਤਾ ਸਾਰਾ ਜਿਹੜਾ ਦੁਨੀਆਦਾਰੀ ਦਾ। ਜੇ ਦੁਨੀਆਦਾਰੀ 'ਚ ਰਹਿੰਦੇ ਹੋਏ ਕਰੇ ਫਿਰ ਸੋਨੇ ਪਰ ਸੁਹਾਗਾ। ਫਿਰ ਇਸੇ ਮਾਇਆ ਨੂੰ ਭਾਈ ਗੁਰਦਾਸ ਜੀ ਨੇ ਪਰਮ ਪਵਿੱਤਰ ਮਾਇਆ ਕਿਹਾ। ਜਿਵੇਂ ਬੇਸਵਾ ਸ਼ਿੰਗਾਰ ਕਰਦੀ ਹੈ 16 ਸ਼ਿੰਗਾਰ, ਉੱਧਰ ਇੱਕ ਕੁਲਾ ਵਧੂ ਧਰਮ ਆਪਣੀ ਜਿਹੜੀ ਕੋਈ ਗ੍ਰਸਤ ਘਰ ਦੀ ਨਵੀਂ ਬਹੂ ਹੁੰਦੀ ਹੈ, ਉਹ ਵੀ 16 ਸ਼ਿੰਗਾਰ ਕਰਦੀ ਹੈ। ਦੋਹਾਂ ਦੇ ਵਿੱਚ ਅੰਤਰ ਹੁੰਦਾ। ਐਸੇ ਤਰੀਕੇ ਨਾਲ ਦੁਨੀਆਦਾਰ ਮਾਇਆ ਕਰਦੇ ਆ, ਮਾਇਆ ਦੇ ਵਿੱਚ ਖੇਡਦੇ ਆ, ਮਾਇਆ ਨਾਲ ਕਲੋਲਾਂ ਕਰਦੇ ਆ। ਪਰ ਜਿਹੜੇ ਗੁਰਸਿੱਖ ਹੈ ਉਹ ਮਾਇਆ ਦੇ ਨਾਲ ਖੇਡਦੇ ਵੀ ਹੈ, ਪਰ ਮਾਇਆ ਤੋਂ ਆਪਣੇ ਆਪ ਨੂੰ ਅਲੱਗ ਵੀ ਰੱਖਦੇ ਆ। ਮਾਇਆ ਦੇ ਵਿੱਚ ਰਹਿ ਕੇ, ਜਿਵੇਂ ਕਬੀਰ ਜੀ ਨੇ ਕਿਹਾ ਨਾ ਬਈ, ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ, ਆਵਤ ਪਈਆ ਖੂਦੇ ਜਾਹੇ। ਜਿਹੜੇ ਘਰ 'ਚ ਇਹ ਘਰ ਦੀ ਸੋਭਾ ਮਾਇਆ ਨਹੀਂ ਹੈ, ਉੱਥੇ ਰਾਹੀ ਆਉਂਦਾ ਭੁੱਖਾ ਹੀ ਚਲੇ ਜਾਂਦਾ। ਗੁਰਸਿੱਖਾਂ ਦੇ ਘਰ ਵਿੱਚ ਮਾਇਆ ਦੇ ਨਾਲ ਸਾਧੂਆਂ ਨੂੰ ਬਰੋਸਾਇਆ ਜਾਂਦਾ ਹੈ, ਉਹਨਾਂ ਦਾ ਪੇਟ ਭਰਿਆ ਜਾਂਦਾ, ਉਹਨਾਂ ਨੂੰ ਕੱਪੜਾ ਲੀੜਾ ਦਿੱਤਾ ਜਾਂਦਾ, ਹੋਰ ਕੋਈ ਸੁੱਖ ਸਹੂਲਤ ਹੋਵੇ ਉਹ ਵੀ ਦਿੱਤੀ ਜਾਂਦੀ ਹੈ। ਇਹਦਾ ਪ੍ਰਗਟਾਵਾ ਸਾਧ ਸੰਗਤ ਜੀ ਆ ਦਿੱਲੀ ਬਾਰਡਰਾਂ ਤੇ ਹੋ ਰਿਹਾ ਹੈ। ਇੱਕ 20 ਰੁਪਏ ਦਾ ਲੰਗਰ ਵਿਸਤਾਰ ਕਰਕੇ ਐਡਾ ਵੱਡਾ ਹੋ ਗਿਆ ਵੀ ਉੱਥੇ ਬਦਾਮਾਂ ਦਾ ਅੰਤ ਨਹੀਂ, ਆਮ ਲੰਗਰ ਤਾਂ ਹੈ ਹੀ ਹੈ, ਹੋਰ ਚੰਗੀਆਂ ਚੰਗੀਆਂ ਖਾਣ ਵਾਲੀਆਂ ਵਸਤੂਆਂ ਦਾ ਕੋਈ ਅੰਤ ਨਹੀਂ, ਕੱਪੜਿਆਂ ਦਾ ਕੋਈ ਅੰਤ ਨਹੀਂ। ਜਿਹੜੇ ਸੇਵਾਦਾਰ ਲੋਕ ਹੈ, ਜਿਹਦੇ ਮਨ ਵਿੱਚ ਭਾਵਨਾ ਹੈ, ਟਰੱਕਾਂ ਦੇ ਟਰੱਕ ਭਰ ਭਰ ਕੇ ਉੱਥੇ ਲਿਜਾ ਰਹੇ, ਸਗੋਂ ਇੰਨੇ ਉੱਥੇ ਲੋੜ ਨਹੀਂ ਜਿੰਨੀ ਜਾ ਰਹੀ ਹੈ ਪਦਾਰਥ। ਇਹ ਹੈ ਗੁਰਸਿੱਖਾਂ ਨੂੰ ਜਿਹੜੀ ਮਾਇਆ ਪਵਿੱਤਰ ਕਿਵੇਂ ਹੈ। ਪਰਮ ਪਵਿੱਤਰ ਸ਼ਬਦ ਵਰਤਿਆ ਗੁਰੂ ਸਾਹਿਬ ਨੇ, ਭਾਈ ਗੁਰਦਾਸ ਜੀ ਨੇ। ਤੋ ਸਿੱਖਾਂ ਵਾਸਤੇ ਮਾਇਆ ਸਿੱਖਾਂ ਨੂੰ ਕੁਝ ਨਹੀਂ ਕਹਿੰਦੀ, ਦੁਨੀਆਦਾਰਾਂ ਨੂੰ ਡੰਗਦੀ ਹੈ, ਡੰਗ ਮਾਰਦੀ ਹੈ। ਸਾਧ ਸੰਗਤ ਜੀ, ਅੱਜ ਇਹ ਵਿਚਾਰ ਸਮਾਪਤੀ ਵੱਲ ਹੋਈ ਹੈ ਗਾਥਾ ਦੀ। ਅੱਗੇ ਜਿਵੇਂ ਵੀ ਹੁਕਮ ਹੋਏਗਾ, 1-2 ਦਿਨ ਤੋਂ ਬਾਅਦ ਦੱਸ ਰਹੇ ਨੂੰ ਹੁਕਮ ਕਰਿਓ। ਤਾਂ ਜੇ ਕੋਈ ਵੀ ਸੰਗਤ ਸੇਵਾ ਲੈਣੀ ਚਾਹੁੰਦਾ ਹੈ, ਭਾਈ ਡਾਕਟਰ ਜਸਪਾਲ ਵੀਰ ਸਿੰਘ ਜੀ, ਜਾਂ ਗਿਆਨੀ ਰਣਜੀਤ ਸਿੰਘ ਜੀ, ਜਾਂ ਗਿਆਨੀ ਗੁਰਵਿੰਦਰ ਸਿੰਘ ਜੀ, ਭਾਈ ਮਨਜੀਤ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਕੋਈ ਵੀ, ਜਾਂ ਕੋਈ ਸਰੋਤਾ ਵਿੱਚ ਬੈਠਾ ਹੈ, ਭਾਈ ਬਲਦੇਵ ਸਿੰਘ ਜੀ ਵਰਗਾ, ਭਾਈ ਹਰਮੀਤ ਸਿੰਘ ਵਰਗਾ, ਹੋਰ ਪਤਾ ਨਹੀਂ ਕਿੰਨੇ ਹੈ, ਭਾਈ ਰਜਿੰਦਰ ਸਿੰਘ, ਸਾਰੇ ਨਾਂ ਯਾਦ ਵੀ ਨਹੀਂ ਰਹਿੰਦੇ, ਮਾਫ਼ ਕਰਿਓ। ਕੋਈ ਵੀ ਇਹ ਸੇਵਾ ਲੈਣੀ ਚਾਹੁੰਦਾ ਤਾਂ ਬਹੁਤ ਸਤਿਕਾਰ ਦੇ ਨਾਲ ਦਾਸਰਾ ਵੀ ਸੁਣੂਗਾ, ਸਾਰੀ ਸੰਗਤ ਸੁਣੂਗੀ। ਹੁਕਮ ਜਿੱਕਣ ਵੀ ਸੰਗਤ ਦਾ ਵਰਤੂਗਾ ਉਹ ਅਟੱਲ ਹੋਊਗਾ। ਕੋਈ ਅਪਸ਼ਬਦ ਦੀ ਖਿਮਾ। ਸਾਧ ਸੰਗਤ ਜੀ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਿੰਘ ਸਾਹਿਬ ਰਣਜੀਤ ਸਿੰਘ ਜੀਓ, ਆ ਇੱਕ ਤੁਕ ਹੈ ਬਾਬੇ ਰਵਿਦਾਸ ਜੀ ਦੀ, ਕਬੀਰ ਜੀ ਦੇ ਸੰਬੰਧ 'ਚ ਹੈ। ਜਾਂ ਕੈ ਈਦ ਬਕਰੀਦ ਕੁੱਲ ਗਊਰੇ ਵੱਧ ਕਰੈ, ਮਾਨੀਐ ਸ਼ੇਖ ਸ਼ਹੀਦ ਪੀਰਾ। ਮਲਹਾਰ ਰਾਗ 'ਚ ਹੈ। ਜਾਂ ਕੈ ਬਾਪ ਵੈਸੀ ਕਰੀ, ਪੋਤ ਐਸੀ ਸਰੀ, ਤਿਹੂ ਰੇ ਲੋਕ ਪ੍ਰਸਿੱਧ ਕਬੀਰਾ। ਜਿਹਦੇ ਬਾਪ ਦਾਦੇ ਬਜ਼ੁਰਗ, ਕਬੀਰ ਜੀ ਦਾ ਹਵਾਲਾ ਹੈ, ਕਿਉਂਕਿ ਮੁਸਲਮਾਨੀ ਪਿਛੋਕੜ ਸੀਗਾ ਨੀਰੂ ਦਾ। ਕੁੱਲ ਗਊ ਰੇ ਵੱਧ ਕਰੇ। ਈਦ ਬਕਰੀਦ ਦੇ ਜਿਹੜੇ ਉਹਨਾਂ ਦੇ ਫੈਸਟੀਵਲ ਹੈ, ਤਿਉਹਾਰ ਹੈ। ਹਾਂਜੀ, ਡਿਸਟਰਬੈਂਸ ਹੋ ਗਈ ਸੀ, ਫੋਨ ਆ ਗਿਆ ਸੀ ਗੰਗਾ ਨਗਰ ਤੋਂ। ਚਲੋ, ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਕਬੀਰ ਜੀ ਦੇ, ਉਹ ਈਦਾਂ ਬਕਰੀਦਾਂ ਦੇ ਸਮੇਂ ਫੈਸਟੀਵਲ ਜਿਹੜੇ ਇਹਨਾਂ ਦੇ ਮੁਸਲਮਾਨਾਂ ਦੇ ਭਰਾਵਾਂ ਦੇ ਹੁੰਦੇ, ਗਊਆਂ ਦਾ ਵੱਧ ਕਰਦੇ ਸੀ। ਖਾਨੇ ਗਊ ਨੂੰ ਮਾਰ ਕੇ। ਹੁਣ ਦੇਖਣ ਵਾਲੀ ਬਾਤ ਇਹੀ ਹੈ, ਭਾਈ ਸਿੰਘ ਸਾਹਿਬ ਨੂੰ ਪੁੱਛਿਆ ਸੀਗਾ, ਭਾਈ ਮਨਜੀਤ ਸਿੰਘ ਨੂੰ, ਉੱਧਰ ਵਿਚਰੇ ਆ ਉਹ ਵੀ, ਕਿਆ ਹੱਜ ਦੇ ਉੱਪਰ ਵੀ ਗਾਂ ਦੀ ਬਲੀ ਦਿੰਦੇ ਆ ਜਾਂ ਬਾਕੀ ਤਿਉਹਾਰਾਂ ਤੇ ਹੀ ਦਿੰਦੇ? ਇਸ ਗੱਲ ਵਿੱਚ ਲੁਕੇ ਹੋਏ ਅਰਥ ਜਿਹੜੇ ਗਾਏ ਸ਼ਬਦ ਹੈ ਉਹਦੇ, ਅਗਰ ਉੱਥੇ ਜਾ ਕੇ ਉਹ ਬਲੀ ਦਿੰਦੇ ਗਾਂ ਦੀ, ਫਿਰ ਤਾਂ ਇਹਦਾ ਅਰਥ ਢੁਕਵਾਂ ਗਾਇਓ ਹੋਏਗਾ।
ਅਗਰ ਹੱਜ ਕਰਨ ਲੱਗੇ ਗਾਏ ਦੀ ਨਹੀਂ, ਦੁੰਬਾ ਵਗੈਰਾ ਜਿਵੇਂ ਚੱਲਦਾ, ਭੇਡੂ ਵਗੈਰਾ ਦੀ ਬਲੀ ਦਿੰਦੇ ਆ, ਫਿਰ ਗਾਏ ਸ਼ਬਦ ਦੇ ਅਰਥ ਜਗ੍ਹਾ ਬਹੁਤ ਜ਼ਿਆਦਾ ਢੁਕਵੇਂ ਬਣਨਗੇ। ਹੁਣ ਇਹਦਾ ਨਿਰਣਾ ਕੋਈ ਉੱਥੇ ਦਾ ਜਾਂ ਤਾਂ ਕੋਈ ਮੁਸਲਮਾਨ ਭਰਾ ਹੋਵੇ ਜਿਹਨੇ ਉਹ ਕੰਮ ਕਰਿਆ ਹੋਵੇ, ਦੇਖਦਾ ਰਿਹਾ ਹੋਵੇ ਉੱਥੇ ਜੋ ਕੋਈ ਹੱਜ ਵਗੈਰਾ 'ਚ ਹੁੰਦਾ ਉਹ ਕਰ ਸਕਦਾ। ਜਿਵੇਂ ਭਾਈ ਰਣਜੀਤ ਸਿੰਘ ਜੀ ਉਹ ਤੁਸੀਂ ਕਹਿ ਰਹੇ ਤੇ ਨਾ ਵੀ ਗਾਇਨ ਦਾ ਬਹੁਤ ਗਹਿਰਾ ਤਾਲੁਕ ਇਹਨਾਂ ਦੇ ਨਾਲ, ਜਿਹੜਾ ਵੀ ਕਬੀਰ ਜੀ ਦੀ ਜਿੰਨੀ ਵੀ ਬਾਣੀ ਹੈ ਉਹ ਗੱਲ ਠੀਕ ਹੈ। ਉੱਥੋਂ ਹੀ ਤਾਂ ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਗੱਲ ਚੱਕੀ ਹੈ ਵੀ ਸ਼ਾਇਦ ਗਾਏ ਦੀ ਉਹ ਗੱਲ ਹੋ ਰਹੀ ਹੈ। ਗਾਏ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹਦੇ ਵਿੱਚ ਹਵਾਲਾ ਦਿੱਤਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੁਸਲਮਾਨਾਂ ਨੂੰ ਸੂਰ ਹੈ ਜਿਹੜਾ ਉਹ ਪਵਿੱਤਰ ਹੈ, ਹਿੰਦੂਆਂ ਨੂੰ ਗਾਏ ਪਵਿੱਤਰ ਹੈ। ਹਿੰਦੂ ਲੋਕ ਸੂਰ ਨੂੰ ਖਾਂਦੇ ਆ, ਉਹ ਗਾਏ ਨੂੰ ਖਾਂਦੇ ਆ। ਹੁਣ ਉਹ ਜਿਹੜਾ ਗਾਏ ਸ਼ਬਦ ਸਿੰਘ ਸਾਹਿਬ ਪਟਿਆਲੇ ਵਾਲਿਆਂ ਨੇ, ਗਿਆਨੀ ਹਰਵੰਸ ਸਿੰਘ ਜੀ ਨੇ ਕਰੇ ਹੈ, ਉਹ ਨਹੀਂ ਬਿਲਕੁਲ ਵੀ ਢੁਕਵੇਂ ਹੈ। ਹਾਲਾਂਕਿ ਉਹਨਾਂ ਦੇ ਤਕਰੀਬਨ 98% ਅਰਥਾਂ ਦੇ ਨਾਲ ਦਾਸਰੀ ਦੀ ਵੀ ਸਹਿਮਤੀ ਹੈ। ਉੱਚੇ ਵਿਦਵਾਨ ਹੈ, ਸਾਰੇ ਗ੍ਰੰਥ ਸਾਹਮਣੇ ਰੱਖ ਕੇ ਟੀਕੇ ਉਹਨਾਂ ਨੇ ਨਿਰਣੇ ਕਰੇ, ਪਰ ਇਹ ਪਤਾ ਨਹੀਂ ਕਿਉਂ ਇਹ ਨਹੀਂ ਢੁਕਵਾਂ ਲੱਗਦਾ। ਜਾਏ ਔਰ ਗਾਏ, ਇਹਨਾਂ ਚੋਂ ਕੋਈ ਇੱਕ ਅਰਥ ਬਣਨਾ ਜੋ ਸਾਡੀ ਬੁੱਧੀ ਕਹਿ ਰਹੀ ਹੈ। ਬਾਕੀ ਹੈ ਕਿਆ ਚੀਜ਼ ਹੈ, ਗੁਰੂ ਮਹਾਰਾਜ ਜਾਣੇ ਜਾਂ ਕੋਈ ਇਹਦਾ ਨਿਰਣਾ ਕਰੇ। ਮੁਸਲਮਾਨਾਂ ਦੇ ਜਿਹੜਾ ਚੱਲਣ ਹੈ ਉਹਨਾਂ ਦੀ ਜ਼ਿੰਦਗੀ ਦਾ, ਉਹਦੇ ਵਿੱਚ ਗਾਏ ਦਾ ਤਾਂ ਉਹਨਾਂ ਨੂੰ ਅਕਸਰ ਉਹ ਖਾਂਦੇ ਹੀ ਹੈ ਵੱਢ ਕੇ। ਤੇ ਗਾਏ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੇਨਤੀ ਕਰੀ ਸੀ ਉਦਣ ਸਾਰੇ ਕਥਾਵਾਚਕਾਂ ਨੂੰ ਵੀ, ਦੂਜੇ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਵੀ ਕਿਤੇ ਦੇਖਿਓ ਜੇ ਸ਼ਬਦ ਆਉਂਦਾ ਹੋਵੇ ਗਾਏ ਜਾਏ ਦੇ ਅਰਥ ਵਿੱਚ, ਜਗ੍ਹਾ ਦੇ ਅਰਥ ਵਿੱਚ। ਦਾਸਰਾ ਵੀ ਕੋਸ਼ਿਸ਼ ਕਰ ਰਿਹਾ ਪਰ ਅਜੇ ਤਾਈਂ ਮਿਲਿਆ ਨਹੀਂ ਕਿਤੇ ਵੀ। ਗਾਏ ਦੇ ਤਾਂ 2-3 ਥਾਂ ਹੋਰ ਵੀ ਆਉਂਦਾ ਅਰਥਾਂ 'ਚ, ਪਰ ਗਾਏ ਜਾਏ ਦੇ ਸ਼ਬਦਾਂ 'ਚ ਜਾਂ ਜਗ੍ਹਾ ਦੇ ਸ਼ਬਦਾਂ 'ਚ ਕਿਤੇ ਨਜ਼ਰ ਨਹੀਂ ਪੈ ਰਿਹਾ। ਕਿਸੇ ਵੀ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰਬਾਣੀ ਵਿਚਾਰ ਦੇ ਸਾਰੇ ਗੁਰਮੁਖ ਸੱਜਣੋ, ਵਿਆਕਰਨ ਦੀ ਇੱਕ ਵਿਚਾਰ ਆ ਰਹੀ ਹੈ ਗਾਥਾ ਦੇ ਵਿੱਚ। ਇਹ ਜਿਹੜੀਆਂ ਪਿੱਛੇ ਉੱਥੀ ਖੋਲ ਕੇ ਦੇਖਿਓ, ਵੈਸੇ ਤਾਂ ਆਪ ਜੀ ਤਾਂ ਜਾਣਦੇ ਹੀ ਹੋਣਗੇ, ਪਾਠ ਕਰਦੇ ਹੀ ਰਹਿੰਦੇ। ਪਿੱਛੇ 2 ਬਿੰਦੀਆਂ ਜਿਹੀਆਂ ਆਉਂਦੀਆਂ ਗੋਲ ਗੋਲ, ਜਿਵੇਂ ਦਿਰੰਤਣ ਦੇ ਨਾਲ 2 ਬਿੰਦੀਆਂ, ਸੰਪੂਰਨ ਦੇ ਨਾਲ 2 ਬਿੰਦੀਆਂ। ਇਹਨਾਂ ਨੂੰ ਸੰਸਕ੍ਰਿਤ ਦੀਆਂ ਵਿਸਰਗਾਂ ਕਿਹਾ ਜਾਂਦਾ ਹੈ। ਹਿੰਦੀ 'ਚ ਵੀ ਹੈ, ਸੰਸਕ੍ਰਿਤ 'ਚ ਵੀ ਹੈ। ਇਹ ਵਿਸਰਗਾਂ ਹਾਹੇ ਦੀ ਆਵਾਜ਼ ਕੱਢਦੀਆਂ। ਜਿਵੇਂ ਸੰਪੂਰਨ ਹੈ, ਇਹਨੂੰ ਪੜ੍ਹਨਾ ਹੁੰਦਾ ਸੰਪੂਰਨ, ਥੋੜ੍ਹਾ ਜਿਹਾ ਹਾਹੇ ਦੀ ਆਵਾਜ਼ ਕੱਢਣੀ ਨਾਲ। ਇਸੇ ਤਰ੍ਹਾਂ ਦਿਰੰਤਣ, ਇਹ ਭਾਸ਼ਾ ਹੈ। ਹੁਣ ਭਾਸ਼ਾ ਜਿਹੜੇ ਉਹਦੇ ਨਿਯਮ ਹੈ ਉਹ ਤਾਂ ਉਸ ਤਰ੍ਹਾਂ ਹੀ ਰਹਿੰਦੇ ਉਹਨੇ। ਜਿਵੇਂ ਦੁੱਖ ਲਿਖਾਉਂਦਾ ਹੈ ਸੰਸਕ੍ਰਿਤ ਵਿੱਚ ਔਰ ਹਿੰਦੀ 'ਚ, ਦਾ ਪੈਰ ਵਿੱਚ ਛੋਟਾ ਊ, ਅੱਗੇ ਗੱਭੇ 2 ਬਿੰਦੀਆਂ, ਫਿਰ ਖਾ, ਦੁੱਖ ਲਿਖਤੀ ਐਸੀ ਹੈ। ਸੋ ਗੁਰੂ ਸਾਹਿਬ ਨੇ ਹਰ ਇੱਕ ਭਾਸ਼ਾ ਨੂੰ ਸਵੀਕਾਰ ਕਰਿਆ, ਸਭ ਨੂੰ ਮਾਨਤਾ ਦਿੱਤੀਆਂ। ਪਰਸ਼ੀਅਨ, ਫਾਰਸੀ ਨੂੰ ਵੀ, ਸੰਸਕ੍ਰਿਤ ਨੂੰ, ਸੈਂਸਕ੍ਰਿਤੀ, ਹਿੰਦੀ, ਮਰਾਠੀ, ਪੋਠੋਹਾਰੀ, ਖੜੀਆ ਬੋਲੀ ਜਿਹੜੀ ਬਨਾਰਸ ਦੇ ਆਲੇ ਦੁਆਲੇ ਬੋਲੀ ਜਾਂਦੀ ਹੈ, ਜਿਹਦੇ ਵਿੱਚ ਪੁਲਿੰਗ ਨੂੰ ਇਸਤਰੀ ਲਿੰਗ ਕਰ ਦਿੱਤਾ ਜਾਂਦਾ ਹੈ। ਕਬੀਰ ਜੀ ਨੇ ਵੀ ਉਹ ਕਰਿਆ ਗੁਰਬਾਣੀ 'ਚ, ਕਿਉਂਕਿ ਉਹ ਬਨਾਰਸ ਦੇ ਵਸਿੰਦੇ ਸੀ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ। ਦਿਲ ਪੁਲਿੰਗ ਕਰਕੇ ਵੀ ਗੁਰਬਾਣੀ 'ਚ ਆਉਂਦਾ ਹੈ, ਦਿਲ ਇਸਤਰੀ ਲਿੰਗ ਕਰਕੇ ਵੀ ਆਉਂਦਾ, ਜਿੱਥੇ ਬਿਨਾਂ ਔਂਕੜ ਤੋਂ ਆਉਂਦਾ, ਜੋ ਦਿਲ ਸੂਚੀ ਹੋਏ। ਜੋ ਇਸਤਰੀ ਲਿੰਗ ਕਰਕੇ ਆਊਗਾ ਫਿਰ ਔਂਕੜ ਨਹੀਂ ਆਉਂਦਾ, ਅਦਰਵਾਈਜ਼ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੋਨ ਆਉਣ ਕਰਕੇ ਸਾਧ ਸੰਗਤ ਜੀ ਕੁਝ ਡਿਸਟਰਬੈਂਸ ਹੋ ਗਈ ਸੀ। ਛਾ ਆਪਾਂ 6 ਬੋਲਦੇ ਹਾਂ ਪੰਜਾਬੀ 'ਚ, ਹਿੰਦੀ ਵਾਲੇ 6 ਕਹਿੰਦੇ, 6। ਉਹ ਛੱਛਾ ਪਾ ਕੇ ਨਾ ਹਿੰਦੀ ਵਾਲਾ ਨਾਲ ਉਹਦੇ ਵੀ 2 ਬਿੰਦੀਆਂ ਇਸ ਤਰ੍ਹਾਂ ਵਿਸਰਗਾਂ ਲਾਉਂਦੇ, 6। ਇਸੇ ਤਰੀਕੇ ਨਾਲ 2 ਸ਼ਬਦ ਆਉਂਦੇ ਗੁਰਬਾਣੀ 'ਚ, ਜਹ ਔਰ ਜੇਹ।
ਜੱਜਾ ਹਾਹਾ, ਜੱਜੇ ਨੂੰ ਸਿਆਰੀ ਹਾਹਾ। ਇਹਨਾਂ ਦੇ ਵਿਚਾਲੇ ਅੰਤਰ ਹੈ, ਦੋਹੇ ਇੱਕ ਚੀਜ਼ ਨਹੀਂ ਹੈ। ਜੇ ਪਤਾ ਹੋਵੇ ਤਾਂ ਬੰਦਾ ਉਸ ਤਰ੍ਹਾਂ ਬੁਲਾ ਸਕਦਾ, ਨਹੀਂ ਉਹ ਦੋਹਾਂ ਨੂੰ ਇੱਕੋ ਤਰ੍ਹਾਂ ਬੋਲੀ ਜਾਂਦਾ ਹੈ। ਜਿਹੜਾ ਜੈ ਸ਼ਬਦ ਹੈ, ਜੈ ਜੱਜਾ ਹਾਹਾ, ਉਹਦਾ ਤਾਲੁਕ ਹੈ ਜਗ੍ਹਾ ਨਾਲ, ਜਿਹਨੂੰ ਆਪਾਂ ਕਹਿੰਦੇ ਜਿੱਥੇ। ਜਿੱਥੇ ਕਿੱਥੇ ਸ਼ਬਦ ਨਹੀਂ ਆਉਂਦਾ ਜਗ੍ਹਾ ਖਾਤਰ, ਜੈ। ਤੇ ਜਿਹੜਾ ਹੈਗਾ ਜੇ, ਜੱਜੇ ਨੂੰ ਸਿਆਰੀ ਹਾਹਾ, ਉਹਦਾ ਮਤਲਬ ਹੁੰਦਾ ਜਿਹੜਾ। ਜੇ ਕਬੀਰ ਜੇ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਉਹ ਜੇ ਜਿਹੜਾ ਸ਼ਬਦ ਹੈ ਉਹ ਜਿਹੜੇ ਖਾਤਰ ਆਉਂਦਾ, ਜਿਹੜੇ ਮਾਰਗ ਤੇ ਪੰਡਿਤ ਗਏ, ਯਾਨੀ ਡੁਐਲਿਟੀ ਵਾਲਾ ਮਾਰਗ। ਤੋ ਜੈ ਔਰ ਜੇ ਦਾ ਜ਼ਰੂਰ ਫਰਕ ਪਤਾ ਹੋਣਾ ਚਾਹੀਦਾ। ਇੱਕ ਜਾਂ ਸ਼ਬਦ ਹੈ, ਜੱਜੇ ਨੂੰ ਕਰਨਾ ਜਾ, ਉਹਦੇ ਵੀ ਦੋ ਅਰਥ ਬਣਦੇ ਆ। ਇੱਕ ਜਾ ਹੈ, ਇੱਕ ਜਾਂ ਹੈ। ਉਹ ਬਿੰਦੀ ਕਈ ਥਾਂ ਲੱਗੀ ਹੋਈ ਹੈ, ਕਈ ਥਾਂ ਕੋਲੋਂ ਲਾਉਣੀ ਪੈਂਦੀ ਹੈ ਜੇ ਜਾਂ ਸ਼ਬਦ ਹੋਵੇ। ਜਾਂ ਦਾ ਮਤਲਬ ਹੁੰਦਾ ਹੈ ਉਹ ਜਾਂ ਉਹ, ਆਈਦਰ ਦਿਸ ਔਰ ਦੈਟ, ਜਾਂ। ਤੇ ਜਿਹੜਾ ਜਾ ਇੱਕ ਜੱਜੇ ਨੂੰ ਕਰਨਾ, ਉਹਦਾ ਮਤਲਬ ਹੈ ਜਿਹੜੇ ਨਾਲ ਤਾਲੁਕ ਹੈ। ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਜਾਂ ਕਹਿ ਬਸ ਹੈ ਸਗਲ ਜਹਾਨ, ਉਹ ਜਾ ਉੱਥੇ ਜਿਹੜੇ ਦਾ ਮਤਲਬ ਹੈ। ਜਾਂ ਇਹ ਜਾਂ ਉਹ ਨਹੀਂ, ਜਾ। ਉਹਨੂੰ ਬੁਲਾਉਣਾ ਵੀ ਜਾ ਕਰਕੇ ਹੀ ਜੱਜੇ ਨੂੰ ਕਰਨਾ, ਬਿੰਦੀ ਨਹੀਂ ਲਗਾਉਣੀ। ਦੂਜਾ ਜਿੱਥੇ ਜਿਹੜੇ ਦਾ ਮਤਲਬ ਹੈ ਉੱਥੇ ਬਿੰਦੀ ਨਾ, ਇਹ ਜਾਂ ਉਹਦਾ ਮਤਲਬ ਹੈ ਉੱਥੇ ਬਿੰਦੀ ਬੁਲਾਉਣੀ ਹੈ। ਇਹ ਵੀ ਦੋਹਾਂ ਦੇ ਵਿੱਚ ਫਰਕ ਹੈਗਾ। ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਦੇ ਵਿੱਚ ਜਿਵੇਂ ਆਹ ਸ਼ਲੋਕ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। ਕੱਕਾ ਹਾਹੀ ਨੂੰ ਸਿਹਾਰੀ। ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਕੱਕਾ ਹਾਹੀ ਨੂੰ ਔਕੜ ਆਉਂਦਾ ਹੈ। ਸਿਰਫ ਇੱਕ ਇਹੀ ਸ਼ਬਦ ਹੈ ਜਿੱਥੇ ਕੱਕਾ ਹਾਹੀ ਨੂੰ ਸਿਹਾਰੀ ਆਉਂਦੀ ਹੈ। ਇਹਨਾਂ ਦੇ ਵਿੱਚ ਵੀ ਕੁਛ ਭੇਦ ਹੈ। ਜਿੱਥੇ ਕਹੁ ਨਾਨਕ ਹੈ ਕੱਕਾ ਹਾਹੀ ਨੂੰ ਔਕੜ, ਉਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਯਾਨੀ ਨੌਵੇਂ ਪਾਤਸ਼ਾਹ ਨੌਵੇਂ ਨਾਨਕ ਫਰਮਾ ਰਹੇ ਹੈ, ਆਪਣੇ ਆਪ ਨੂੰ, ਆਪਣੇ ਮਨ ਨੂੰ। ਕਹੁ ਨਾਨਕ ਸੁਨ ਰੇ ਮਨਾ ਜਿਵੇਂ। ਜਿੱਥੇ ਕਹਿ ਨਾਨਕ ਹੈ ਕੱਕਾ ਹਾਹੀ ਨੂੰ ਸਿਆਰੀ, ਇੱਕੋ ਇੱਕ ਜਗ੍ਹਾ ਇਹ ਸਾਰੇ ਸ਼ਲੋਕਾਂ 'ਚ। ਇਸ ਤੋਂ ਭਾਵ ਇਹ ਲੱਗਦਾ ਵੀ ਉਹ ਲੋਕਾਂ ਵਾਸਤੇ ਕਹਿ ਰਹੇ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। ਲੋਕਾਂ ਵਾਸਤੇ ਕਹਿਣਾ ਤੇ ਇੱਕ ਆਪਣੇ ਆਪ ਖਾਤਰ ਕਹਿਣਾ, ਇਹੀ ਨਜ਼ਰ ਆਉਂਦਾ ਹੈ। ਬਾਕੀ ਆਪ ਜੀ ਸਾਰੇ ਵਿਚਾਰਿਓ ਇਸ ਗੱਲ ਨੂੰ, ਜਿਵੇਂ ਵੀ ਹੋਏ ਸੰਗਤ ਦਾ ਫੈਸਲਾ ਸਿਰ ਮੱਥੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।